ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਉਮਕਿਓ ਹਿਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਬਿਛਾਈ। ਪਰਮ ਪਰਮ ਆਇਓ ਤੋ ਨਦਰ ਨਾ ਪਾਈ। ਕਿਨ ਬਿਦ ਹੀਰੋ ਧੀਰੈ ਨਿਮਾਨੋ, ਮਿਲ ਸਾਜਨ ਹੋਂ ਤੁਝ ਕੁਰਬਾਨੋ। ਰਹਾਉ ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾਗੰਤਾ। ਪੀਓ ਮਦਰੋ ਧਨ ਮਤ ਬੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਝਾਗੇ। ਖਿਨ ਰਹਿਨ ਨਾ ਪਾਵੋਂ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਕਰਹਿ ਪਿਰ ਪਾਇਆ। ਸਗਲ ਸ਼ਿਗਾਰ ਹੁਣ ਮੁਝੈ ਸੁਹਾਇਆ, ਕਹੋ ਨਾਨਕ ਗੁਰ ਪਰਮ ਚੁਕਾਇਆ। ਜਹ ਦੇਖਾਂ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਜਹ ਦੇਖਾਂ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਪਰਮਾਤਮਾ ਦੀ ਮਿਹਰ ਦਾ ਸਦਕਾ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਕਰਮਾਂ ਭਾਗਾਂ ਦੇ ਨਾਲ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦੇ ਵਿੱਚ ਸਾਨੂੰ ਸੋਝੀ ਆਉਂਦੀ ਹੈ, ਸਾਨੂੰ ਗਿਆਨ ਮਿਲਦਾ ਕਿ ਸਾਡੀ ਆਤਮਾ ਤੇ ਪਰਮਾਤਮਾ ਦਾ ਵਿਛੋੜਾ ਪਿਆ ਹੋਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਪਰਮਾਤਮਾ ਵਾਲੇ ਪਾਸਿਓਂ ਲਿਵ ਛੁੜਕੀ, ਲਿਵ ਟੁੱਟ ਜਾਂਦੀ ਹੈ ਤਾਂ ਮਨੁੱਖ ਮਾਇਆ ਦੇ ਗਰਭ ਦੇ ਵਿੱਚ ਫਸ ਜਾਂਦਾ, ਤਿੰਨਾਂ ਗੁਣਾਂ ਦੇ ਗਰਭ ਦੇ ਵਿੱਚ ਫਸ ਜਾਂਦਾ ਹੈ। ਗੁਰੂ ਦੇ ਨਾਲ ਜੁੜ ਕੇ ਇਹ ਮਨੁੱਖ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ। ਗੁਰਬਾਣੀ ਦੇ ਸ਼ੁਰੂ ਦੇ ਵਿੱਚ ਇਹੀ ਸਵਾਲ ਬਣਦਾ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਆ ਕੇ ਜੇ ਚੱਲਾਂਗੇ, ਜੇ ਗੁਰੂ ਦੇ ਹੁਕਮ ਦੇ ਮੁਤਾਬਕ ਚੱਲਾਂਗੇ
ਤਾਂ ਪ੍ਰਮਾਤਮਾ ਵਾਹਿਗੁਰੂ ਦੂਰ ਨਹੀਂ ਹੈ ਸਾਤੋਂ, ਸਾਡੇ ਨਾਲ ਹੀ ਹੈ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ। ਹਉਮੈ ਦੀ ਕੰਧ ਆ, ਹਉਮੈ ਦਾ ਕਰਕੇ ਮਨੁੱਖ ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰਾ ਸਮਝ ਲੈਂਦਾ, ਅਤੇ ਫਿਰ ਇਹ ਸੁਭਾਅ, ਇਹ ਆਦਤ ਆ ਜਿਹੜੀ, ਇਹ ਵਖਰੇਵੇਂਪਣ ਦੀ, ਇਹ ਵੱਧਦੀ ਵੱਧ ਜਾਂਦੀ ਹੈ, ਅਤੇ ਤਿੰਨਾਂ ਗੁਣਾਂ ਦੇ ਵਿੱਚ ਮਨੁੱਖ ਬਿਲਕੁਲ ਫਸ ਜਾਂਦਾ। ਅਤੇ ਉਹਦੇ 'ਚੋਂ ਨਿਕਲਣਾ ਫਿਰ ਭਾਈ ਗਿਆਨ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰਪ੍ਰਸਾਦ ਤੋਂ ਬਿਨਾਂ ਨਾਮੁਮਕਿਨ। ਗੁਰੂ ਦੇ ਗਿਆਨ ਤੋਂ ਬਿਨਾਂ ਨਿਕਲਿਆ ਨਹੀਂ ਜਾ ਸਕਦਾ, ਕਿਉਂਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਹੁਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਾਗਰਤ ਅਵਸਥਾ ਦੇ ਵਿੱਚ ਆ, ਅਤੇ ਮੈਂ ਸੁੱਤੀ ਪਈ ਹਾਂ। ਸੁੱਤੀ ਨੇ ਆਪਣਾ ਜੀਵਨ ਜਿਹੜਾ ਨਿਭਾ ਲਿਆ, ਅਮੋਲਕ ਜੀਵਨ ਸੀ ਜਿਹੜਾ, ਉਹ ਨੀਂਦ ਦੇ ਵਿੱਚ ਹੀ ਗਵਾ ਦਿੱਤਾ। ਇਸ ਤਰ੍ਹਾਂ ਸਾਡੇ ਨਾਲ, ਸਾਰਿਆਂ ਦੇ ਨਾਲ ਹੋ ਰਿਹਾ ਭਾਈ। ਜਿਹੜੇ ਸਤਸੰਗ ਦੇ ਨਾਲ ਜੁੜਦੇ ਆ, ਸਤਸੰਗ ਕਰਦੇ ਆ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀਆਂ, ਉਹਨਾਂ ਨੂੰ ਭਾਈ ਸੋਝੀ ਹੋ ਜਾਂਦੀ ਹੈ ਵੀ ਅੰਦਰ ਕੀ ਕੁਝ ਹੋ ਰਿਹਾ, ਕਿਸ ਤਰ੍ਹਾਂ ਮੇਰੀ ਆਤਮਾ ਅਤੇ ਪ੍ਰਮਾਤਮਾ ਦਾ ਵਿਛੋੜਾ ਪਿਆ। ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ। ਜਦੋਂ ਗੁਰਬਾਣੀ ਦਾ ਗਿਆਨ ਰੂਪੀ ਚਾਨਣ ਮਨੁੱਖ ਦੇ ਅੰਦਰ ਨੂੰ ਜਾਂਦਾ, ਮਨੁੱਖ ਨੂੰ ਫਿਰ ਆਪਦੇ ਆਪ ਦਾ ਪਤਾ ਲੱਗਦਾ, ਅਤੇ ਫਿਰ ਮਨੁੱਖ ਜਿਹੜਾ ਹੌਲੀ ਹੌਲੀ ਜਾਗਣ ਦੀ ਕੋਸ਼ਿਸ਼ ਕਰਦਾ। ਜਾਗ ਤਾਂ ਸਕਦਾ ਜੇ ਕਿਤੇ ਗੁਰੂ ਦੇ ਅਮੋਲਕ ਬਚਨ, ਤਿੱਖੇ ਬਚਨ, ਅਣਿਆਲੇ ਤੀਰ ਸੁੱਤੇ ਹੋਏ ਮਨ ਨੂੰ ਲੱਗ ਜਾਣ। ਇਸ ਕਰਕੇ ਸਾਨੂੰ ਸਤਸੰਗ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਨੂੰ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਹਾਜ਼ਰ ਤੇ ਨਾਜ਼ਰ ਸਾਨੂੰ ਕੀ ਉਪਦੇਸ਼ ਬਖਸ਼ ਰਹੇ ਹਨ। ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸੂਹੀ ਮਹੱਲਾ ਪੰਜਵਾ। ਇਹ ਪਵਿੱਤਰ ਸ਼ਬਦ ਜੋ ਸੂਹੀ ਰਾਗ ਦੇ ਵਿੱਚ ਹੈ, ਪੰਜਵੇਂ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ, ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 737 ਅੰਗ ਉੱਪਰ ਸੁਭਾਇਮਾਨ ਹੈ। ਉਮਕਿਓ ਹਿਓ ਮਿਲਨ ਪ੍ਰਭ ਤਾਈ। ਉਮਕਿਓ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਆਪਾਂ ਰਹਾਉ ਦੀ ਪੰਕਤੀ ਦੀ ਵਿਚਾਰ ਕਰਨੀ ਜ਼ਰੂਰੀ ਹੁੰਦੀ ਹੈ, ਤਾਂ ਕਿ ਸ਼ਬਦ ਦੀ ਵਿਚਾਰ ਆ ਜਿਹੜੀ ਬਿਲਕੁਲ ਧੁਰੇ ਦੇ ਦੁਆਲੇ ਘੁੰਮੇ, ਕੋਈ ਸਾਨੂੰ ਭੁਲੇਖਾ ਨਾ ਲੱਗ ਜਾਵੇ ਕਿਸੇ ਪ੍ਰਕਾਰ ਦਾ। ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ 2 ਰਹਾਉ ਬਖਸ਼ਿਸ਼ ਕੀਤੇ ਆ। ਪਹਿਲੀ ਰਹਾਉ ਦੇ ਵਿੱਚ ਸਵਾਲ ਹੁੰਦਾ, ਦੂਜੀ ਰਹਾਉ ਦੇ ਵਿੱਚ ਉਹ ਸਵਾਲ ਦਾ ਜਵਾਬ ਹੁੰਦਾ। ਪਹਿਲੀ ਰਹਾਉ ਹੈ, ਕਿਨ ਬਿਦ ਹੀਰੋ ਧੀਰੈ ਨਿਮਾਨੋ। ਮੇਰਾ ਹੀਰਾ, ਮੇਰਾ ਹਿਰਦਾ, ਮੇਰਾ ਮਨ ਕਿਵੇਂ ਟਿਕਾਓ ਦੇ ਵਿੱਚ ਆਵੇ, ਕਿਵੇਂ ਇਹਨੂੰ ਜਿਹੜਾ ਧੀਰਜ ਪ੍ਰਾਪਤ ਹੋਵੇ। ਕਿਉਂਕਿ ਕਬੂ ਜੀੜਾ ਉਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾ ਪਾਲੇ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਸਾਡੇ ਮਨ ਦੀ ਕਲ ਮਨ ਦੀ ਭਟਕਣਾ ਖਤਮ ਹੋ ਜਾਵੇ। ਉਹ ਕਿਹੜੀ ਵਿਧੀ ਆ, ਕਿਹੜਾ ਤਰੀਕਾ, ਅਤੇ ਫਿਰ ਅਖੀਰ ਦੇ ਵਿੱਚ ਰਹਾਉ ਆ, ਉਹਦੇ ਵਿੱਚ ਸਮਝਾਇਆ ਗਿਆ, ਜਹ ਦੇਖਾਂ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਜੇ ਤੂੰ ਆਪਣੇ ਕਪਾਟ ਖੋਲ੍ਹ ਲਵੇਂ, ਜੇ ਤੂੰ ਗੁਰੂ ਨਾਲ ਜੁੜ ਜਾਵੇਂ, ਜੇ ਤੂੰ ਗਿਆਨ ਪ੍ਰਾਪਤ ਕਰ ਲਵੇਂ, ਤਾਂ ਉਹ ਪ੍ਰਮਾਤਮਾ ਅਕਾਲ ਪੁਰਖ ਦੀ ਤੈਨੂੰ ਸੋਝੀ ਹੋ ਜੂਗੀ। ਜਦੋਂ ਤੈਨੂੰ ਅੰਦਰੋਂ ਮਿਲਾਪ ਹੋ ਗਿਆ ਤੇਰਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਪਹਿਲਾਂ ਮਨੁੱਖ ਕਹੂਗਾ ਇਹ ਦੁਨੀਆ ਬੁਰੀ ਆ, ਦੁਨੀਆ ਇਹ ਆ, ਦੁਨੀਆ ਉਹ ਆ, ਦੁਨੀਆ ਤੋਂ ਜਾਣਾ, ਦੁਨੀਆ ਦੁੱਖਾਂ ਦਾ ਘਰ ਆ, ਸਾਰਾ ਕੁਝ ਤਾਂ ਜਿੰਨਾ ਚਿਰ ਆਤਮਿਕ ਗਿਆਨ ਨਹੀਂ।
ਤੇ ਜਦੋਂ ਆਤਮਿਕ ਗਿਆਨ ਹੋ ਗਿਆ ਫਿਰ ਮਨੁੱਖ ਕੀ ਕਹੇਗਾ, ਇਹ ਜਗ ਸੱਚੇ ਕੀ ਹੈ ਕੋਠਰੀ, ਸੱਚੇ ਕਾ ਵਿੱਚ ਵਾਸ। ਮੈਂ ਕਿੱਥੇ ਜਾਣਾ? ਇਹ ਜਗਤ ਸਾਰਾ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਚੱਲ ਰਿਹਾ। ਉਹਦੀ ਕਿਰਪਾ ਦੇ ਨਾਲ ਹੀ ਖੰਡ ਬ੍ਰਹਿਮੰਡ ਬਣੇ ਆ। ਸਾਰੀ ਧਰਤੀ ਘੁੰਮੀ ਜਾਂਦੀ ਆ। ਕਿਵੇਂ ਸੂਰਜ ਚੜ੍ਹਦਾ, ਕਿਵੇਂ ਚੰਦਰਮਾ, ਕਿਵੇਂ ਹਵਾ ਵਗਦੀ ਆ, ਕਿਵੇਂ ਆਕਸੀਜਨ ਲੈਂਦੇ ਆ, ਕਿਵੇਂ ਸਰੀਰ ਚੱਲਦਾ, ਕਿਵੇਂ ਸਵਾਸ ਚੱਲਦੇ ਆ, ਕਿਵੇਂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਆ, ਕਿਵੇਂ ਦਰਖਤ ਸਾਫ਼ ਕਰਦੇ ਆ, ਕਿਵੇਂ ਭੋਜਨ ਛਕਦੇ ਆ, ਕਿਵੇਂ ਭੋਜਨ ਹਜਮ ਹੁੰਦਾ। ਜੇ ਇਹੋ ਜਿਹੀਆਂ ਗੱਲਾਂ ਵੱਲ ਨੂੰ ਧਿਆਨ ਕਰ ਲਵੇ ਤਾਂ ਮਨੁੱਖ ਨੂੰ ਐਂ ਪਤਾ ਲੱਗ ਸਕਦਾ ਕਿ ਪਰਮਾਤਮਾ ਇੱਥੇ ਹੀ ਆ, ਹੁਣੇ ਹੀ ਆ। ਗੁਰਬਾਣੀ ਦੀ ਖਾਸੀਅਤ ਇਹ ਆ, ਜੇ ਗੁਰਬਾਣੀ ਦੇ ਮਗਰ ਲੱਗ ਜਾਾਂਗੇ, ਅਸੀਂ ਗੁਰਬਾਣੀ ਮੁਤਾਬਕ ਹੋ ਜਾਾਂਗੇ, ਇਹ ਸਮਾਜ, ਇਹ ਧਰਤੀ ਬਹੁਤ ਸੁੰਦਰ ਬਣ ਜਾਵੇਗੀ, ਸਵਰਗ ਦਾ ਰੂਪ ਬਣ ਜਾਵੇਗੀ। ਜੇ ਅਸੀਂ ਉਸ ਸਵਰਗ ਤੋਂ ਥੋੜ੍ਹਾ ਜਿਹਾ ਧਿਆਨ ਹਟਾ ਕੇ ਤੇ ਇੱਧਰਲੇ ਸਵਰਗ ਵੱਲ ਨੂੰ ਲਾ ਲਈਏ। ਆਪ ਦੇ ਅੰਦਰ ਆ ਸਾਰਾ ਕੁਝ ਇਹ। ਤੇ ਇਹ ਜਿਹੜੀ ਸਾਡੀ ਜੀਵ ਆਤਮਾ ਜਾਂ ਮੈਂ ਸੁੱਤੀ ਪਈ ਹਾਂ ਕਾਹਦੇ 'ਚ? ਮਾਇਆ ਦੇ ਵਿੱਚ। ਹੁਣ ਜਾਗਣਾ ਕਿਵੇਂ? ਗੁਰੂ ਦੇ ਬਚਨਾਂ ਨਾਲ। ਸੋ ਆਓ ਕੀ ਸਮਝਾ ਰਹੇ ਹਨ, ਉਮਕਿਓ ਹੀਓ। ਹੁਣ ਮੇਰੇ ਅੰਦਰ ਜਿਹੜੇ ਆਪਾਂ ਪ੍ਰੋਗਰਾਮ ਆ ਬਾਹਰਲੇ ਧਾਰਮਿਕ ਹੁੰਦੇ ਆ, ਗੁਰਮੁਖ ਪਿਆਰਿਓ, ਕੋਈ ਵੀ ਆ, ਕਿਸੇ ਤਰ੍ਹਾਂ ਦਾ ਵੀ ਹੈ, ਇਹਦਾ ਮਕਸਦ ਕੀ ਹੁੰਦਾ? ਪਹਿਲੀ ਗੱਲ ਤਾਂ ਧਰਮੀ ਬਣਨ ਦਾ ਮਕਸਦ ਕੀ ਹੁੰਦਾ, ਇਹ ਜਾਣਨਾ ਜ਼ਰੂਰੀ ਹੈ। ਵੀ ਕਿਤੇ ਧਰਮ ਦਾ ਚੋਲਾ ਮਾਇਆ ਕਮਾਉਣ ਵਾਸਤੇ ਜਾਂ ਚਾਰ ਪੈਸਿਆਂ ਵਾਸਤੇ ਤਾਂ ਨਹੀਂ ਪਾ ਲਿਆ। ਕੀ ਅੰਦਰੋਂ ਤਾਂਘ ਪੈਦਾ ਹੋਈ, ਕੀ ਕਸ਼ਿਸ਼ ਪੈਦਾ ਹੋਈ, ਉਮਕਿਆ ਹਿਰਦਾ ਗੁਰੂ ਦੇ ਬਚਨ ਸਰਵਣ ਕਰਨ ਲੱਗਿਆਂ, ਪਰਮਾਤਮਾ ਦੇ ਮਿਲਾਪ ਵਾਸਤੇ ਧਰਮੀ ਬਣਿਆ ਕਿ ਮੇਰੇ ਅੰਦਰ ਕਲ ਹੋ ਰਹੀ ਹੈ, ਮੈਂ ਆਪਣੇ ਆਪ ਨੂੰ ਸਵਾਰਨ ਵਾਸਤੇ ਬਣਿਆ, ਤਾਂ ਸਬਰ ਜੇਗਾ ਭਾਈ। ਪਹਿਲਾਂ ਤਾਂ ਇਹ ਜਿਹੜੇ ਪ੍ਰੋਗਰਾਮ ਆ ਸਾਰੇ, ਇਹਦੇ ਨਾਲ ਸਾਡਾ ਕੀ ਹੈ, ਸਾਡਾ ਇਹ ਸਾਰਾ ਕੁਝ ਆਪਾਂ ਵੀ ਜੋ ਤਕਰੀਬਨ 2 ਮਹੀਨੇ ਤੋਂ ਉੱਪਰ ਹੋ ਗਏ, ਇਹ ਸਾਰੇ ਦਾ ਮਕਸਦ ਕੀ ਹੈ ਜੇ ਆਪਾਂ ਕਹੀਏ, ਤਾਂ ਕਿ ਸਾਡੇ ਅੰਦਰ ਜਾਂ ਤੁਹਾਡੇ ਸਾਰਿਆਂ ਦੇ ਆਪਣੇ ਅੰਦਰ ਗੁਰਬਾਣੀ ਨੂੰ ਪੜ੍ਹਨ ਸੁਣਨ ਦੀ ਆਦਤ ਪੈ ਜੇ, ਸਾਨੂੰ ਗੁਰਬਾਣੀ ਦੀ ਖੋਜ ਕਰਨ ਦੀ ਆਦਤ ਪੈ ਜੇ। ਪਾਠ ਕੱਲਾ ਪੜ੍ਹ ਕੇ ਨਾ ਲੰਘ ਜੀਏ, ਪਾਠ ਕਰੀਏ ਵੀ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਭੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਿਕ ਆਹਾਂ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੈ, ਦੀਜੈ ਬੁੱਧ ਬਵੇਕਾ। ਜਿਹੜੇ ਵਿਦਿਆਰਥੀ, ਜਿਹੜੇ ਗੁਰਮੁਖ ਇਹ ਬੁੱਧੀ, ਇਹ ਗਿਆਨ ਪ੍ਰਾਪਤ ਕਰਨ ਆਉਣਗੇ, ਉਹਨਾਂ ਨੂੰ ਇਹ ਗਿਆਨ ਲਾਜ਼ਮ ਹੀ ਪ੍ਰਾਪਤ ਹੋਵੇਗਾ। ਗਿਆਨ ਤੋਂ ਫਿਰ ਅੱਗੇ ਧਿਆਨ, ਧਿਆਨ ਤੋਂ ਅੱਗੇ ਨਾਮ, ਨਾਮ ਤੋਂ ਅੱਗੇ ਬਹੁਤ ਸਾਰਾ ਕੁਝ ਖਤਮ। ਆਨੰਦਤ ਜੀਵਨ ਸਤਿਗੁਰ ਕੈ ਜਨਮੈ, ਗਬਨ ਮਟਾਇਆ, ਪਰ ਗੱਲੀ ਜੋਗ ਨਾ ਹੋਏ। ਨਾਲੇ ਵੀ ਕਿਹਾ, ਦੇਖੋ ਬਾਹਰੋਂ ਵੀ ਜੇ ਅਸੀਂ ਬੱਚੇ ਨੂੰ ਪੜ੍ਹਾਈ ਗਿਆਨ ਦਿਵਾਉਣਾ, ਕਿਸੇ ਸਕੂਲ ਦੇ ਵਿੱਚ ਲਾ ਲਓ, ਪੜ੍ਹਾਉਣਾ ਬੱਚਾ, ਤਾਂ ਸਾਨੂੰ ਕਿੰਨੀ ਮਿਹਨਤ ਕਰਨੀ ਪਊਗੀ, ਕਿੰਨਾ ਖਿਆਲ ਰੱਖਣਾ ਪਊਗਾ। ਫਿਰ ਉਹ ਜਿਹੜਾ ਫਿਰ ਉਹਦਾ ਐਂ ਵੀ ਰੱਖਣਾ ਪਊ ਵੀ ਟੀਚਰ ਕਿਹੋ ਜਿਹਾ, ਸਕੂਲ ਕਿਹੋ ਜਿਹੇ ਚਲਾਉਂਦੇ ਆ, ਕਿਹੋ ਜਿਹਾ ਗਿਆਨ ਦਿੱਤਾ ਜਾ ਰਿਹਾ, ਇਹ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਕਰਨਾ ਪਊਗਾ। ਗਿਆਨ ਹਾਜ਼ਰ ਆ, ਨਾਜ਼ਰ ਆ, ਸਾਰਾ ਕੁਝ ਖਜ਼ਾਨਾ ਸਾਡੇ ਕੋਲ ਆ, ਸਾਨੂੰ ਆਪ ਮਿਹਨਤ ਥੋੜ੍ਹੀ ਬਹੁਤੀ ਕਰਨੀ ਪਊਗੀ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਅਧਾਰੋ। ਹੁਣ ਜਦੋਂ ਮੈਂ ਗੁਰਬਾਣੀ ਨੂੰ ਸੁਣਨ ਲੱਗਿਆ, ਜਦੋਂ ਮੈਂ ਗੁਰੂ ਦੇ ਨਾਲ ਜੁੜਿਆ, ਜਾਂ ਆਪਾਂ ਸਾਰੇ ਜਾਣੇ ਜੁੜੇ, ਕਿਉਂਕਿ ਗੁਰਬਾਣੀ ਦਾ ਇੱਕੋ ਇੱਕ ਮੇਨ ਨੁਕਤਾ, ਜੇ ਉੱਥੋਂ ਸੁਰਤ ਘੁੰਮ ਗਈ ਤਾਂ ਮੈਨੂੰ ਨਹੀਂ ਪਤਾ ਵੀ ਫਾਇਦਾ ਹੋਊ ਕਿ ਨਹੀਂ ਹੋਊਗਾ, ਨਹੀਂ ਹੀ ਹੋਊਗਾ। ਕਿਉਂਕਿ ਜਦੋਂ ਮੈਂ ਕਹਿ ਦੂੰਗਾ ਵੀ ਗੁਰਬਾਣੀ ਤੁਹਾਨੂੰ ਕਿਹਾ ਜਾ ਰਿਹਾ, ਮੈਂ ਜਿਹੜਾ ਬਚਣ ਦੀ ਕੋਸ਼ਿਸ਼ ਕਰੂੰਗਾ, ਪਰ ਉਹਦੇ ਨਾਲ ਮੈਂ ਅੰਦਰੋਂ ਰਗੜਿਆ ਜਾਊਂਗਾ। ਗੁਰਬਾਣੀ ਦੀ ਖਾਸੀਅਤ ਇਹੀ ਹੈ ਕਿ ਗੁਰੂ ਜੀ ਹਾਜ਼ਰ ਨਾਜ਼ਰ ਹੋ ਕੇ ਮੈਨੂੰ ਬਚਨ ਸੁਣਾ ਰਹੇ ਹਨ। ਹੁਣ ਅਸੀਂ ਕੀ ਸਮਝਣਾ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਸਮਝਾ ਰਹੇ ਹਨ, ਮੈਂ ਸਮਝਣਾ। ਉਮਕਿਓ ਹੀਓ ਮਿਲਨ ਪ੍ਰਭ ਤਾਈ। ਜਦੋਂ ਮੈਂ ਇਸ ਤਰ੍ਹਾਂ ਸਮਝਣ ਲੱਗਿਆ, ਜਦੋਂ ਮੈਂ ਗੁਰੂ ਦੇ ਬਚਨ ਸੁਣਨੇ ਸ਼ੁਰੂ ਕੀਤੇ, ਤਾਂ ਮੇਰਾ ਹਿਰਦਾ ਵੀ ਥੋੜ੍ਹਾ ਜਿਹਾ ਉਮਕਣ ਲੱਗ ਗਿਆ। ਸੁੱਤੇ ਪਏ ਤੋਂ ਥੋੜ੍ਹੀ ਜਾਗਰਤ ਅਵਸਥਾ ਆਉਣ ਲੱਗ ਗਈ,
ਥੋੜ੍ਹਾ ਥੋੜ੍ਹਾ ਪਤਾ ਲੱਗ ਗਿਆ ਵੀ ਮੇਰਾ ਤਾਂ ਜੀਵਨ ਇਹ ਬੇਕਾਰ ਜਾ ਰਿਹਾ, ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਜੰਮਦਾ ਮਰਦਾ ਫਿਰਦਾ। ਮੈਂ ਤਾਂ ਪਤਾ ਨਹੀਂ ਗਾਹ ਨੂੰ ਕੀ ਕੁਛ ਹੋਊਗਾ, ਕਿੰਨੀਆਂ ਜੂੰਦੀਆਂ ਭੁਗਤਣੀਆਂ ਪੈਣਗੀਆਂ, ਕੀ ਕੁਝ ਕਰਨਾ ਪਊਗਾ, ਅਤੇ ਮੈਨੂੰ ਤਾਂ ਆਪਣੇ ਆਪ ਦੀ ਸੋਝੀ ਨਹੀਂ ਆਈ ਮੈਂ ਕਰਨ ਕੀ ਆਇਆ। ਜਦੋਂ ਗੁਰੂ ਦੇ ਬਚਨ ਸੁਣਨ ਲੱਗਿਆ, ਹੌਲੀ ਹੌਲੀ ਹਿਰਦੇ 'ਚੋਂ ਮਿਲਣ ਵਾਸਤੇ, ਮਿਲਾਪ ਦੇ ਵਾਸਤੇ ਉਮਕਿਓ ਹੁੰਦਾ, ਤਾਂਘ ਪੈਦਾ ਹੋ ਜਾਂਦੀ ਹੈ ਜੀ। ਖੋਜਤ ਚਰਿਓ ਦੇਖਿਓ ਪ੍ਰਿਯ ਜਾਈ। ਜਦੋਂ ਮੈਂ ਜਦੋਂ ਖੋਜਣ ਲੱਗ ਗਿਆ ਕਿ ਪ੍ਰਮਾਤਮਾ ਤੋਂ ਮੇਰਾ ਵਿਛੋੜਾ ਪਿਆ ਹੋਇਆ, ਮੈਂ ਖੋਜ ਕਰਨੀ ਆ, ਮੈਂ ਪ੍ਰਮਾਤਮਾ ਦੇ ਨਾਲ ਜੁੜਨਾ। ਸਾਨੂੰ ਤਾਂ ਬਹੁਤ ਵੱਡਾ ਕੰਮ ਸਾਡਾ ਗੁਰੂ ਸਾਹਿਬਾਨਾਂ ਨੇ ਅਤੇ ਸਾਡੇ ਪੁਰਾਣੇ ਜਿਹੜੇ ਸਿੰਘ, ਸ਼ਹੀਦ ਸਿੰਘ ਸਿੰਘਣੀਆਂ, ਉਹਨਾਂ ਨੇ ਕਰ ਦਿੱਤਾ। ਬੜੀਆਂ ਮੁਸ਼ਕਿਲਾਂ ਤੋਂ ਬਾਅਦ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖੀ ਪਿਆਰਿਓ ਸਾਡੇ ਤੱਕ ਪਹੁੰਚੀ ਆ। ਪਰ ਅਫਸੋਸ ਅਸੀਂ ਪੜ੍ਹਦੇ, ਸੁਣਦੇ, ਸਮਝਦੇ ਨਹੀਂ ਹੈ। ਇਹ ਸਾਡੀ ਬਹੁਤ ਵੱਡੀ ਗਲਤੀ ਹੈ। ਸੋ ਇਹਨੂੰ ਖੋਜੀ ਬਿਰਤੀ ਦੇ ਨਾਲ ਬਾਣੀ ਨੂੰ ਪੜ੍ਹਨਾ। ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਲੇ। ਖੋਜਤ ਚਰਿਓ, ਜਦੋਂ ਮੈਂ ਖੋਜ ਕਰਨ ਤੁਰਿਆ ਗੁਰੂ ਦੇ ਲੱਗ ਕੇ ਪਿੱਛੇ, ਗੁਰੂ ਜੀ ਮੈਂ ਹੁਣ ਸਾਰਾ ਕੁਝ ਛੱਡਿਆ, ਮੈਨੂੰ ਸਮਝਾਓ, ਮੇਰੇ ਅੰਦਰ ਕਲ ਕਲ ਹੋ ਰਹੀ ਹੈ। ਦੇਖਿਓ ਪ੍ਰਿਯ ਜਾਈ। ਪਹਿਲਾਂ ਮੈਨੂੰ ਭੁਲੇਖਾ ਸੀ ਗੁਰੂ ਤੋਂ ਬਿਨਾਂ ਕਿ ਰੱਬ ਨੂੰ ਮਰੇ ਤੋਂ ਬਾਅਦ ਮਿਲਿਆ ਜਾਂਦਾ, ਮੈਂ ਸਵਰਗ 'ਚ ਜਾਊਂ ਜਾਂ ਨਰਕ 'ਚ ਜਾਊਂ। ਇਹ ਸਾਰੇ ਭੁਲੇਖੇ ਸੀਗੇ ਮੈਨੂੰ ਪਏ ਹੋਏ ਵੀ ਇਹ ਮੇਰਾ ਬਾਅਦ 'ਚ ਕੰਮ ਹੋਊਗਾ ਸਾਰਾ ਕੁਝ। ਜਦੋਂ ਮੈਂ ਗੁਰੂ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਲੱਗਿਆ ਵੀ ਇੱਥੇ ਹੀ ਰੱਬ ਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਫਿਰ ਕੀ ਹੋਇਆ, ਫਿਰ ਜਦੋਂ ਮੈਂ ਇਹ ਸੁਣਿਆ, ਸੁਣ ਕੇ ਲੱਗਿਆ ਪ੍ਰਿਯ ਜਾਈ। ਵੀ ਪ੍ਰਿਯ ਜਿਹੜੇ ਪ੍ਰਭੂ ਨੂੰ, ਪਰਮਾਤਮਾ ਨੂੰ, ਪਤੀ ਨੂੰ ਮਿਲਣਾ, ਉਹ ਤਾਂ ਸਭ ਜਗ੍ਹਾ 'ਤੇ ਆ। ਜਾਈ ਹੁੰਦਾ ਜਗ੍ਹਾ। ਖੋਜਤ ਚਰਿਓ ਦੇਖਿਓ, ਜਦੋਂ ਮੈਂ ਖੋਜੀ ਬਿਰਤੀ ਨਾਲ ਗੁਰੂ ਦੇ ਨਾਲ ਜੁੜਿਆ, ਗੁਰੂ ਨੇ ਮੈਨੂੰ ਦੇਖਿਆ, ਪਰਖਿਆ ਪਹਿਲਾਂ ਵੀ ਕਿ ਕਾਹਦੇ ਵਾਸਤੇ ਆਇਆ, ਇਹ ਪੈਸੇ ਲੈਣ ਆਇਆ, ਮਾਇਆ ਲੈਣ ਆਇਆ, ਦੁਨੀਆ ਦੇ ਪਦਾਰਥ ਲੈਣ ਆਇਆ, ਦੇ ਕੇ ਤੋਰੀ ਜਾਂਦੇ ਆ। ਉਹ ਬਾਹਰੇ ਬਾਹਰ ਹੀ ਹੋਈ ਜਾਂਦਾ ਸਾਰਾ ਤਿੰਨਾਂ ਕੁਝ ਗੁਣਾਂ ਦੇ ਵਿੱਚ। ਜਦੋਂ ਹਿੱਲਿਆ ਹੀ ਨਾ, ਜਦੋਂ ਬਹਿ ਹੀ ਗਿਆ, ਮੈਂ ਤਾਂ ਜੀ ਆਹ ਗੱਲ ਆ, ਖੋਜੀ ਬਿਰਤੀ ਨਾ ਆਇਆ। ਫਿਰ ਕੀ ਹੋ ਗਿਆ, ਖੋਜਤ ਚਰਿਓ ਦੇਖਿਓ ਪ੍ਰਿਯ ਜਾਈ। ਤੇ ਫਿਰ ਗੁਰੂ ਨੇ ਗਿਆਨ ਦੀਆਂ ਐਨਕਾਂ ਦੇ ਦਿੱਤੀਆਂ, ਲੈ ਭਾਈ ਇਸ ਕੰਮ ਆਇਆ, ਲੈ ਆ ਲੈ ਗਿਆਨ ਦੀ ਐਨਕ। ਜਦੋਂ ਉਹ ਐਨਕ ਲੱਗੀ ਤੇ ਮੈਨੂੰ ਤਾਂ ਚਾਨਣ ਹੋ ਗਿਆ। ਜਿਹੜਾ ਮੇਰੇ ਮੋਤੀਆ ਬਿੰਦ ਮਾਇਆ ਦਾ ਸੀਗਾ, ਜਦੋਂ ਉਹ ਆਪਰੇਸ਼ਨ ਕਰਦੇ ਆ ਨਾ, ਜਦੋਂ ਬਜ਼ੁਰਗ ਸਾਡੇ ਕਹਿੰਦੇ ਆ ਵਾਹ ਬਈ ਵਾਹ, ਧੰਨ ਡਾਕਟਰ, ਧੰਨ ਡਾਕਟਰ, ਮੈਂ ਤਾਂ ਪੈਰੀਂ ਹੱਥ ਲਾਉਣਾ ਜਾ ਕੇ ਡਾਕਟਰ ਦੇ। ਮੈਨੂੰ ਤਾਂ ਚਾਨਣ ਹੋ ਗਿਆ, ਮੈਨੂੰ ਤਾਂ ਦਿਸਣ ਲੱਗ ਗਿਆ। ਅਤੇ ਜਦੋਂ ਗੁਰੂ ਕੋਲ ਆ ਕੇ ਕੋਈ ਬਹਿੰਦਾ, ਗੁਰੂ ਤੋਂ ਗਿਆਨ ਦੀ ਐਨਕ ਮਿਲਦੀ ਆ, ਫਿਰ ਉਹਨੂੰ ਵੀ ਬਹੁਤ ਕੁਝ ਦਿਸਣ ਲੱਗ ਜਾਂਦਾ। ਜਦੋਂ ਮੈਂ ਗੁਰੂ ਕੋਲ ਆਇਆ, ਗੁਰੂ ਨੇ ਗਿਆਨ ਦੀ ਐਨਕ ਦਿੱਤੀ, ਤਾਂ ਪਤਾ ਲੱਗਿਆ ਪ੍ਰਮਾਤਮਾ ਕਣ ਕਣ ਦੇ ਵਿੱਚ ਮੌਜੂਦ ਆ, ਇੱਥੇ ਹੀ ਆ, ਹੁਣੇ ਹੀ ਆ। ਇਹ ਜਿਹੜਾ ਮੈਂ ਅੰਦਰਲਾ ਕਾਰਜ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰਿਆ ਵਾਲਾ ਹੁਣ ਹੀ ਕਰਨਾ, ਹੁਣੇ ਹੀ ਕਰਨਾ, ਮੈਨੂੰ ਇਹ ਪਤਾ ਲੱਗ ਗਿਆ। ਸੁਨਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਈ। ਸੁਨਤ ਸੰਦੇਸਰੋ, ਜਿੰਨਾ ਚਿਰ ਮੈਂ ਪ੍ਰਮਾਤਮਾ ਵੱਲ ਨੂੰ ਜਿਹੜਾ ਸੰਦੇਸ਼ ਸੀ, ਜਿਹੜਾ ਪ੍ਰਮਾਤਮਾ ਦਾ ਗਿਆਨ ਸੀ, ਨਹੀਂ ਸੁਣਿਆ ਸੀ, ਉਹਨਾਂ ਚਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਆ, ਕੀ ਗੱਲ, ਕੀ ਬਾਤ। ਜਦੋਂ ਗੁਰੂ ਦੇ ਬਚਨਾਂ ਨੂੰ ਸੁਣਨ ਲੱਗਿਆ, ਸੰਦੇਸ਼ਾ ਸੁਣਿਆ, ਤਾਂ ਪਤਾ ਲੱਗਿਆ ਪ੍ਰਿਯ ਗ੍ਰਹਿ ਸੇਜ ਵਿਛਾਈ। ਉਹ ਤਾਂ ਮੇਰੇ ਅੰਦਰ ਆ। ਹੁਣ ਦੇਖੋ, ਮਨੁੱਖ ਕੋਈ ਕਿਸੇ ਦਾ ਗੈਸਟ ਹੋਵੇ, ਉਹ ਅੰਦਰ ਬੈਠਾ ਹੋਵੇ ਅਤੇ ਬੰਦਾ ਬਾਹਰ ਭਾਲਦਾ ਫਿਰੇ, ਉਹ ਕਹਿੰਦਾ ਜਿਹਨੂੰ ਭਾਲਦਾ ਫਿਰਦਾ ਉਹ ਤਾਂ ਤੇਰੇ ਅੰਦਰ ਹੀ ਬੈਠਾ, ਉਹਦੇ ਕੋਲ ਤਾਂ ਤੂੰ ਜਾਂਦਾ ਹੀ ਨਹੀਂ। ਆਹ ਸਾਨੂੰ ਭੁਲੇਖਾ ਪਿਆ ਹੋਇਆ ਭਾਈ। ਗੁਰੂ ਦੇ ਨਾਲ ਜੁੜਨਾ ਤਾਂ ਜ਼ਰੂਰੀ ਹੈ। ਬਿਲਕੁਲ ਉਲਟ ਹੋ ਜਾਊਗਾ, ਬਾਹਰੋਂ ਰੱਬ ਭਾਲਦੇ ਫਿਰਾਂਗੇ, ਜਦ ਕਿ ਗੁਰਬਾਣੀ ਕਹਿੰਦੀ ਹੈ ਤੂੰ ਬਾਹਰੋਂ ਟਿਕਣਾ, ਟਿਕ ਕੇ ਅੰਦਰ ਨੂੰ ਜਾਣਾ। ਉਹ ਤਾਂ ਅੰਦਰ ਹੀ ਹੈ, ਅੰਦਰ ਹੀ ਰਹਿ ਰਿਹਾ ਮੇਰੇ। ਪ੍ਰਿਯ ਗ੍ਰਹਿ ਸੇਜ ਵਿਛਾਈ, ਅੰਦਰ ਹੀ ਸੇਜ ਆ ਭਾਈ। ਭਰਮ ਆਇਓ ਤੋ ਨਦਰ ਨਾ ਪਾਈ। ਹੈਂ ਜੀ, ਮੇਰੇ ਅੰਦਰ ਹੀ ਹੈ, ਮੈਂ ਤਾਂ ਦੀਂਦਾ ਹੀ ਨਹੀਂ ਸੀ। ਉਹ ਭਾਈ
ਤੂੰ ਭਰਮਾਂ ਭੁਲੇਖਿਆਂ ਦੇ ਵਿੱਚ ਪਿਆ ਹੋਇਆ, ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ, ਤੂੰ ਰੱਬ ਨੂੰ ਲੱਭਣ ਵਾਲੇ ਰਾਹ 'ਤੇ ਹਲੇ ਤੱਕ ਪਹੁੰਚਿਆ ਹੀ ਨਹੀਂ। ਕਿਉਂਕਿ ਗੁਰੂ ਨਾਲ ਨਹੀਂ ਜੁੜਿਆ, ਗੁਰਬਾਣੀ ਨਾਲ ਨਹੀਂ ਜੁੜਿਆ, ਦੁਨੀਆ ਨਾਲ ਜੁੜਿਆ ਹੋਇਆ। ਦੁਨੀਆ ਦੇ ਹਜ਼ਾਰਾਂ ਲੱਖਾਂ ਰਸਤੇ ਆ, ਕੋਈ ਕਿੱਧਰ ਨੂੰ ਜਾਂਦਾ, ਕੋਈ ਕਿੱਧਰ ਨੂੰ ਜਾਂਦਾ, ਆਪਣੀ ਆਪਣੀ ਮੱਤ ਮੁਤਾਬਕ ਬਹੁਤ ਕੁਝ ਹੋ ਰਿਹਾ। ਭਾਈ ਤੂੰ ਖੜੀ ਗੱਡੀ ਨੂੰ ਰੇਸਾਂ ਦੇਈ ਜਾਨਾ, ਜੇ ਗੁਰੂ ਦੇ ਨਾਲ ਜੁੜੇਗਾ ਟਾਇਰ ਥੱਲੇ ਲੱਗਣਗੇ ਤੇ ਤੇਰਾ ਸਫ਼ਰ ਹੋਊ। ਭਰਮ ਆਇਓ ਤਉ ਨਦਰ ਨਾ ਪਾਈ, ਮੈਨੂੰ ਤਾਂ ਗੁਰੂ ਤੋਂ ਬਿਨਾ ਭਾਈ ਨਦਰ ਹੀ ਨਹੀਂ ਆਈ, ਬਖਸ਼ਿਸ਼ ਹੀ ਨਹੀਂ ਪ੍ਰਾਪਤ ਹੋਈ। ਹੁਣ ਨਦਰ ਦਾ ਅਰਥ ਹੈ ਬਖਸ਼ਿਸ਼, ਬਖਸ਼ਿਸ਼ ਦਾ ਖੰਡ ਆ। ਫਿਰ ਉੱਥੇ ਗੱਲ ਮਿਹਨਤ ਵਾਲੀ ਆ ਗਈ। ਪਹਿਲਾਂ ਧਰਮ ਖੰਡ, ਮਿਹਨਤ, ਫਿਰ ਆ ਜਿਹੜਾ ਜਦੋਂ ਅੰਦਰਲੀ ਮਿਹਨਤ ਕਰਨ ਲੱਗੇ, ਪਹਿਲਾਂ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, ਫਿਰ ਕਰਮ ਖੰਡ। ਆਪ ਸਵਾਰਾਂ ਹੈ, ਮੈਂ ਮਿਲਿਆ ਸੁਖ ਹੋਏ, ਮਿਹਨਤ ਮੇਰੀ ਤੇ ਰਹਿਮਤ ਤੇਰੀ। ਫਿਰ ਰਹਿਮਤ ਹੋਣੀ ਹੈ। ਭਰਮ ਆਇਓ ਤੋ ਨਜ਼ਰ ਨਾ ਪਾਈ, ਭਰਮਾਂ ਭੁਲੇਖਿਆਂ ਦੇ ਵਿੱਚ, ਬਾਹਰਲੇ ਕੰਮਾਂ ਦੇ ਵਿੱਚ, ਤੌਖਲਿਆਂ ਦੇ ਵਿੱਚ ਰੱਬ ਨਹੀਂ ਦਿਸਦਾ। ਜਾਂ ਐਂ ਕਹਿ ਲਓ ਭਾਈ, ਜਿਵੇਂ ਹੁਣ ਕੜਾਈ ਆ, ਕੜਾਈਏ ਦੇ ਵਿੱਚ ਪਾਣੀ ਹੈ, ਪਾਣੀ ਐਨ ਟਿਕ ਗਿਆ ਤਾਂ ਆਪਣੀ ਫੋਟੋ ਐਂ ਦੀਦੀ ਹੈ, ਤੇ ਜੇ ਪਾਣੀ ਦੇ ਵਿੱਚ ਮੜੀ ਜੀ ਰੋੜੀ ਮਾਰਤੀ, ਫੋਟੋ ਵਿੱਚੇ ਹੀ ਹੈ ਪਰ ਉਹ ਖਿੰਡ ਗਈ। ਇਸੇ ਤਰ੍ਹਾਂ ਮਨ ਦੀਆਂ ਤਰੰਗਾਂ ਟਿਕਣਾ, ਟਿਕ ਕੇ ਗੁਰਬਾਣੀ ਨੂੰ ਸਰਵਣ ਕਰਨਾ ਤਾਂ ਮਨ ਟਿਕਾਓ ਦੇ ਵਿੱਚ ਆਵੇ। ਤੇ ਨਹੀਂ ਸਾਡੇ ਨਾਲ ਕੀ ਹੋ ਰਿਹਾ ਤਾਂ ਉਹ ਨਜ਼ਰ ਨਾ ਪਾਈ। ਕਿਨ ਬਿਦ ਹੀਰੋ ਧੀਰੈ ਨ ਮਾਨੋ, ਹੇ ਗੁਰੂ ਜੀ, ਹੇ ਗਿਆਨ ਗੁਰੂ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਹਾਜ਼ਰ ਨਾਜ਼ਰ ਹੋ, ਮੇਰਾ ਮਨ ਨਹੀਂ ਟਿਕਦਾ। ਹੁਣ ਸਵਾਲ ਆ ਨਾ, ਜਿਹੜਾ ਹੁਣ ਜਿਹੜੀ ਚੀਜ਼ ਨੂੰ ਆਇਆ ਉਹਨੂੰ ਉਹੀ ਮਿਲਣੀ ਹੈ। ਮੇਰਾ ਜੀ ਅੰਦਰ ਨਹੀਂ ਟਿਕਦਾ, ਮੈਂ ਅੰਦਰੋਂ ਮੇਰਾ ਬੁਰਾ ਹਾਲ ਆ। ਕਿਹੜੀ ਵਿਧੀ, ਕਿਹੜਾ ਮੈਥਡ, ਕੀ ਤਰੀਕਾ, ਮੈਨੂੰ ਕੋਈ ਜੁਗਤੀ ਕੋਈ ਦੱਸੋ, ਨਿਮਾਣੇ ਨੂੰ ਮਾਣ ਮਿਲ ਜਾਵੇ ਰੱਬ ਦੇ ਘਰ ਦੇ ਵਿੱਚ। ਮਿਲ ਸਾਜਨ ਹੋਂ ਤੁਝ ਕੁਰਬਾਨੋ, ਜੇ ਕਿਤੇ ਮੈਂ ਸੱਜਣ ਨਾ ਮਿਲ ਜਾਵਾਂ, ਜੇ ਕਿਤੇ ਮੈਂ ਪ੍ਰਮਾਤਮਾ ਵਾਹਿਗੁਰੂ ਨਾਲ ਮਿਲ ਜਾਵਾਂ, ਮੈਂ ਬਲਿਹਾਰ ਜਾਨਾ ਤੇਰੇ ਉੱਤੋਂ, ਸਦਾ ਕੁਰਬਾਨ ਜਾਨਾ। ਗੁਰੂ ਜੀ ਮੈਨੂੰ ਮੇਰਾ ਕਾਰਜ ਕਰ ਦਿਓ, ਮੈਨੂੰ ਸਵਾਰ ਦਿਓ, ਅੰਦਰ ਮੇਰੀ ਹਉਮੈ ਕੱਢ ਦਿਓ, ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿਓ, ਮੇਰਾ ਔਗਣ ਖਤਮ ਕਰ ਦਿਓ, ਮੇਰੀ ਕਾਲ ਅਗਿਆਨਤਾ ਖਤਮ ਕਰ ਦਿਓ, ਮੇਰਾ ਜਨਮ ਮਰਨ ਖਤਮ ਕਰ ਦਿਓ, ਨਹੀਂ ਤਾਂ ਮੈਂ ਆਈ ਭਟਕਦਾ ਰਹੂੰ। ਆਹ ਮੌਕਾ ਅੱਗੇ ਮਿਲੇ ਕਿ ਨਾ ਮਿਲੇ, ਹਮ ਆਦਮੀ ਹਾਂ ਇੱਕਦਮ ਹੀ, ਪਿਛਲਾ ਲੰਘ ਗਿਆ, ਹੱਥ ਨਹੀਂ ਆਉਂਦਾ, ਅਗਲਾ ਹੱਥ ਨਹੀਂ ਆਉਣਾ। ਹੁਣ ਮੈਂ ਆ ਗਿਆ, ਹੁਣੇ ਹੀ ਮੈਂ ਬਲਿਹਾਰ ਜਾਨਾ, ਕੁਰਬਾਨ ਜਾਨਾ, ਮੇਰਾ ਇਹ ਅੰਦਰਲਾ ਕਾਰਜ ਕਰ ਦੋ ਜੀ। ਰਹਾਓ ਏਕਾ ਸੇਜ ਵਿਸ਼ੀ ਧਨ ਕੰਤਾ। ਹੁਣ ਕਹਿੰਦੇ ਆ ਜਾ ਮਾਇਆ ਵਾਲੇ ਪਾਸੋਂ ਐਨ ਖਤਮ ਬਿਰਤੀਆਂ। ਜਦੋਂ ਅਸੀਂ ਗੁਰੂ ਘਰ ਦੇ ਵਿੱਚ ਵੜ ਜਾਂਦੇ ਹਾਂ ਨਾ, ਐਸਾ ਮਾਹੌਲ ਚਾਹੀਦਾ। ਦੁਨਿਆਵੀ ਗੱਲਾਂ ਦੁਨੀਆਦਾਰੀ ਦੀਆਂ ਵੱਖਰੀਆਂ, ਤੇ ਜਦੋਂ ਅਸੀਂ ਆ ਕੇ ਵੜ ਗਏ ਅੰਦਰ ਆ ਕੇ, ਫਿਰ ਜੇ ਮੰਨਾਂਗੇ ਹਾਜ਼ਰ ਨਾਜ਼ਰ, ਜੇ ਨਾ ਮੰਨਾਂਗੇ ਫਿਰ ਤਾਂ ਪਤਾ ਹੀ ਆ ਕੀ ਕੁਛ ਹੋਈ ਜਾਂਦਾ। ਅੱਜ ਕੱਲ੍ਹ ਤਾਂ ਗੁਰੂ ਘਰਾਂ ਦੇ ਵਿੱਚ ਵੀ ਕੀ ਕੁਛ ਹੋਈ ਜਾਂਦਾ, ਆਪਾਂ ਸਾਰੇ ਜਾਣਦੇ ਹੀ ਹਾਂ। ਪਰ ਜੇ ਕਿਤੇ ਮੰਨਾਂਗੇ ਤੇ ਫਿਰ ਅੰਦਰ ਆ ਕੇ ਇੱਕਦਮ ਸਾਡੀਆਂ ਸੁਰਤੀਆਂ ਬਿਰਤੀਆਂ ਬਦਲ ਜਾਣੀਆਂ ਚਾਹੀਦੀਆਂ। ਮੈਨੂੰ ਕੀ ਦਿਓ ਜੀ, ਮੈਨੂੰ ਅਕਲ ਦਿਓ, ਮੈਨੂੰ ਮੱਤ ਦਿਓ, ਮੈਨੂੰ ਗਿਆਨ ਦਿਓ। ਫਿਰ ਗੁਰੂ ਜੀ ਗਿਆਨ ਦੇਣਾ ਸ਼ੁਰੂ ਕਰਦੇ ਆ। ਕੀ ਕਹਿੰਦੇ ਆ? ਕਹਿੰਦੇ ਏਕਾ ਸੇਜ ਵਿਸ਼ੀ ਧਨ ਕੰਤਾ। ਲੈ ਭਾਈ, ਗਿਆਨ ਦੀ ਸ਼ੁਰੂਆਤ ਆ, ਟਿਕ ਗਿਆ, ਬਹਿ ਗਿਆ, ਆ ਗਿਆ, ਭਟਕੇ ਆਇਆ। अब हम चली ठाकर पैहार, जब हम शरण प्रभु की आई, राख प्रभु भावें मार। इस अवस्था दे विच आके मैं गुरु ग्रंथ साहब सच्चे पातशाह जी डिग पिया। मैं अपनी मत दा मत्था टेक दिता, मैं अपनी अकल मत सिट दिती, मेरी बेकार सी, मैनू कोई अकल नहीं सी, कोई मत नहीं सी। हुण मैनू ज्ञान दिओ। ते ज्ञान दिता, कहंदे लै पहलां सुण, ਤੈਨੂੰ ਬਹੁਤ ਵੱਡੀ ਗੱਲ ਲੱਗਣੀ ਹੈ। ਤੂੰ ਬੜੇ ਯਾਤਰਾ ਤੇ ਫਿਰਿਆ ਆ, ਕਿੰਨੇ ਸਾਲ, ਮੇਰੀ 54 ਸਾਲ ਦੀ ਉਮਰ ਹੋ ਗਈ, 50 ਸਾਲ ਹੋ ਗਏ ਜੀ ਮੈਨੂੰ ਤੁਰੇ ਫਿਰਦੇ ਨੂੰ, ਬਾਰ। ਪਰ ਹੁਣ ਆ ਕੇ ਜਦੋਂ ਪਤਾ ਲੱਗਿਆ ਵੀ ਉਹ ਤਾਂ ਗੱਲ ਹੀ ਅੰਦਰਲੀ ਹੈ, ਸਾਰਾ ਕੁਝ ਬਾਹਰਲਾ ਖਤਮ। ਇਹ ਪਛਤਾਵਾ ਹੋ ਜਾਂਦਾ ਫਿਰ ਮਗਰੋਂ ਵੀ ਮੈਂ ਹੁਣ ਤੱਕ ਆਈ ਕਰਦਾ ਰਿਹਾ। ਇਹ ਸਾਡੇ ਵੱਡਿਆਂ ਨੇ ਸਾਨੂੰ ਇਹ ਰਸਤਾ ਦਿਖਾਉਣਾ ਕਿ ਭਾਈ ਕਰਮ ਕਾਂਡਾਂ ਤੋਂ ਬਚੋ ਤੇ ਸਿੱਧੇ ਰਸਤੇ ਤੇ ਚੱਲੋ। ਸਮਾਂ ਬਹੁਤ ਥੋੜ੍ਹਾ ਮਨੁੱਖ ਕੋਲ, ਇਹਦੇ ਵਿੱਚ ਘਰ ਦੇ ਕੰਮ ਵੀ ਕਰਨੇ ਆ, ਬਾਲ ਬੱਚੇ ਵੀ ਪਾਲਣੇ ਆ, ਮਸਾਂ ਤਾਂ ਸਮਾਂ ਮਿਲਦਾ। ਇਹ ਸਮੇਂ ਦੇ ਵਿੱਚ ਵੀ ਜੇ ਕਰਮ ਕਾਂਡ ਹੀ ਕਰਦੇ ਰਹਿ ਗਏ ਤੇ ਫਿਰ ਸਾਡਾ ਮਿਲਾਪ ਨਹੀਂ ਹੋਣਾ। ਤੇ ਗੁਰੂ ਦਾ ਗਿਆਨ ਕੀ ਕਹਿੰਦਾ? ਬੈਠ ਟੇਕ ਕੇ ਫਿਰ ਤੈਨੂੰ ਪਤਾ ਲੱਗੇ ਵੀ ਇੱਕੋ ਹੀ ਸੇਜ ਵਿਸ਼ੀ ਆ, ਧਨ ਕੰਤਾ, ਪਤੀ ਪਤਨੀ, ਜੀਵ ਆਤਮਾ ਤੇ ਪ੍ਰਮਾਤਮਾ ਅੰਦਰ ਹੀ ਆ, ਇੱਕੋ ਸੇਜ ਤੇ ਪਏ ਆ। ਪਰ
ਧਨ ਸੂਤੀ ਫਿਰ ਸਦ ਜਾਗੰਤਾ। ਕਾਰਨ ਕੀ ਹੈ ਭਾਈ? ਫਿਰ ਜੇ ਇੱਕੋ ਥਾਂ ਤੇ ਆ, ਇੰਨੇ ਨੇੜੇ ਆ, ਤੇ ਫਿਰ ਤਾਂ ਬਿਲਕੁਲ ਹੀ ਐਂ ਮਿਲਾਪ ਹੋ ਜਾਣਾ ਚਾਹੀਦਾ ਸੀ। ਪਰ ਕਾਰਨ ਕੀ ਹੈ? ਕਾਰਨ ਹੁਣ ਗੁਰੂ ਸਮਝਾਉਂਦੇ ਆ ਵੀ 36 ਦਾ ਅੰਕੜਾ ਬਣਿਆ ਹੋਇਆ, ਤੇਰਾ ਮੂੰਹ ਇੱਧਰ ਨੂੰ ਕੀਤਾ ਹੋਇਆ ਤੇ ਤੇਰੇ ਪਤੀ ਦਾ ਮੂੰਹ ਇੱਧਰ ਨੂੰ ਆ। ਹੁਣ ਪਤੀ ਵਾਲੇ ਜਿਹੜੇ ਗੁਣ ਆ ਉਹ ਧਾਰਨ ਗੁਰੂ ਤੋਂ ਕਰੇਂਗੀ, ਪਤੀ ਦੇ ਮੁਤਾਬਕ ਚੱਲੇਂਗੀ। ਉਲਟ ਚੱਲ ਰਹੀ ਆ ਤੂੰ ਪਤੀ ਤੋਂ। ਸਿੱਖ ਦੇ ਵਾਸਤੇ ਕੀ ਹੈ? ਸਿੱਖਾ, ਤੇਰੇ ਅੰਦਰ ਦੀ ਭਟਕਣਾ ਤੇਰੇ ਦੁੱਖਾਂ ਦਾ ਕਾਰਨ ਹੈ, ਤੂੰ ਗੁਰੂ ਤੋਂ ਉਲਟ ਚੱਲ ਰਿਹਾ। ਬਿਲਕੁਲ 36 ਦਾ ਅੰਕੜਾ ਬਣਿਆ ਗੁਰੂ ਦੇ ਨਾਲ, ਗੁਰਬਾਣੀ ਦੇ ਨਾਲ ਸਾਡਾ, ਤਾਂ ਸਾਨੂੰ ਦੁੱਖ ਮਿਲਦੇ ਆ। ਜਿੱਦਾਂ ਅਸੀਂ ਸਾਡਾ ਏਕਤਾ ਵਾਲੀ ਗੱਲ ਹੋ ਗਈ ਤੇ ਗੁਰੂ ਵੱਲ ਨੂੰ ਚੱਲ ਪਏ, ਫਿਰ ਅੰਦਰ ਸੁੱਖਾਂ ਦੀ ਬੇਲ। ਇੱਕੋ ਹੀ ਥਾਂ ਤੇ ਆ, ਧਨ ਸੂਤੀ ਫਿਰ ਸਦ ਜਾਗੰਤਾ। ਪਤੀ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਉਹ ਸਦਾ ਜਾਗਦਾ। ਜਿਹੜਾ ਉਹਦੇ ਨਾਲ ਜੁੜ ਗਿਆ ਉਹ ਜਾਗ ਪੂ। ਨਹੀਂ ਸੁੱਤੇ ਪਏ ਆ। ਹੁਣ ਗੁਰੂ ਨੇ ਕੀ ਕਰਨਾ? ਗੁਰੂ ਨੇ ਜਗਾਉਣਾ। ਗੁਰਬਾਣੀ ਨੇ ਕੀ ਕਰਨਾ? ਗੁਰਬਾਣੀ ਨੇ ਜਗਾਉਣਾ ਸੁੱਤੇ ਨੂੰ। ਹੁਣ ਕਾਰਨ ਕੀ ਹੈ? ਦੇਖੋ ਕਿੱਡਾ ਵੱਡਾ ਗਿਆਨ ਆ। ਜਦੋਂ ਹੁਣ ਬੰਦਾ ਸੁੱਤਾ ਪਿਆ, ਮੰਨ ਲਓ ਆਪਣਾ ਬੱਚਾ ਸੁੱਤਾ ਪਿਆ, ਹੁਣ ਸੁੱਤੇ ਪਏ ਨੂੰ ਮਾਂ ਉਠਾਉਂਦੀ ਆ ਤੇ ਮਾਂ ਦੇ ਲੱਤਾਂ ਮਾਰਦਾ, ਕਈ ਵਾਰੀ ਮਾਂ ਨੂੰ ਗਾਲਾਂ ਵੀ ਕੱਢਦਾ, ਮੈਨੂੰ ਪੈਣ ਨਹੀਂ ਦਿੰਦੀ ਟਾਈਮ। ਮਾਂ ਦੀ ਸਹਿਣਸ਼ੀਲਤਾ ਵਾਹ ਕਮਾਲ ਆ। ਮਾਂ ਫਿਰ 10-15 ਮਿੰਟ ਗਾਲਾਂ ਖਾ ਕੇ ਪਰੇ ਉਰੇ ਜਾਂਦੀ ਆ, ਥੋੜ੍ਹੇ ਬਹੁਤੇ ਭਾਂਡੇ ਧੋਂਦੀ ਆ। ਫਿਰ ਉਹਨੂੰ ਪਤਾ ਵੀ ਸੂਰਜ ਚੜ੍ਹਿਆ ਆਉਂਦਾ, ਉੱਠ ਖੜ ਫਿਰ ਠਾਉਣ ਜਾਂਦੀ ਆ। ਉਹ ਫਿਰ ਘੂਰਦਾ, ਫਿਰ ਠਾਉਣ ਜਾਂਦੀ ਆ, ਉਹ ਫਿਰ ਘੂਰਦਾ। ਆਹੀ ਤਾਂ ਗੁਰਬਾਣੀ ਮਾਂ ਸਾਨੂੰ ਉਠਾਉਂਦੀ ਆ, ਅਸੀਂ ਫਿਰ ਪਾਸਾ ਵੱਟਦੇ ਹਾਂ ਗੁਰੂ ਤੋਂ। ਗੁਰਬਾਣੀ ਸਾਨੂੰ ਉਠਾਉਂਦੀ ਆ, ਅਸੀਂ ਫਿਰ ਪਾਸਾ ਵੱਟਦੇ ਹਾਂ। ਪਰ ਉਹ ਬੱਚਾ ਅਗਰ ਸੁੱਤਾ ਰਹਿ ਗਿਆ, ਮਾਂ ਨੂੰ ਪਤਾ ਵੀ ਇਹਦਾ ਨੁਕਸਾਨ ਹੋਊਗਾ, ਇਹਦੀ ਗੱਡੀ ਲੰਘ ਜੂ, ਇਹ ਪੜ੍ਹਨ ਜਾਣਾ, ਇਹਨੇ ਸਹੀ ਟਾਈਮ 'ਤੇ ਪਹੁੰਚਣਾ ਨਹੀਂ। ਜੇ ਕਿਤੇ ਮਾਂ ਦੀ ਗੱਲ ਮੰਨ ਕੇ ਜਾਗ ਪਵੇ, ਫਿਰ ਉਹ ਕਹਿੰਦਾ ਵੀ ਆ, ਕਹਿੰਦਾ ਮਾਂ ਸ਼ਾਮ ਨੂੰ ਆ ਕੇ ਕਹੂਗਾ, ਮਾਂ ਅੱਜ ਤੂੰ ਬਹੁਤ ਵਧੀਆ ਕੀਤਾ, ਮੈਂ ਤਾਂ ਅੱਧਾ ਘੰਟਾ ਪਹਿਲਾਂ ਕਾਲਜ ਚਲਿਆ ਗਿਆ, ਮੈਨੂੰ ਤਾਂ ਬੜਾ ਅੱਗੇ ਤਾਂ ਮੈਂ ਸੁੱਤਾ ਸਾਤਾ ਜਾਂਦਾ ਸੀ, ਐਵੇਂ ਬੁੱਧੀਆਂ ਜੀਆਂ ਚੋਪੜ ਕੇ ਅੱਧਾ ਸੁੱਤਾ ਅੱਧਾ ਜਾਗਦਾ, ਅੱਜ ਮੈਂ ਨਹਾ ਧੋ ਕੇ ਅਲਰਟ ਹੋ ਕੇ ਗਿਆ, ਮਾਂ ਤੇਰਾ ਧੰਨਵਾਦ। ਪਰ ਮਗਰੋਂ ਕਰੂ। ਇਸੇ ਤਰ੍ਹਾਂ ਭਾਈ ਜਿਹੜਾ ਗੁਰੂ ਦੇ ਬਚਨ ਸੁਣਾਊਗਾ ਹੁਣ ਸਾਨੂੰ ਅੱਜ ਦੀ ਤਰੀਕ ਦੇ ਵਿੱਚ, ਉਹਨੂੰ ਤੋਏ ਹੋਣੀ ਲਾਜ਼ਮ ਆ। ਕਿਉਂਕਿ ਸੁੱਤੇ ਨੂੰ ਜਗਾਉਣਾ ਬਹੁਤ ਔਖਾ। ਪਰ ਜੇ ਕਿਤੇ ਸੁਭਾਅ ਇਸ ਤਰ੍ਹਾਂ, ਗੁਰਮੁਖ ਪਿਆਰੇ ਆ ਜਿਹੜੇ, ਉਹ ਬਾਰ-ਬਾਰ ਜਗਾਉਂਦੇ ਆ। ਗੁਰਬਾਣੀ ਬਾਰ-ਬਾਰ ਜਗਾਉਂਦੀ ਆ, ਜਾਗ ਪੋ। ਗੁਰਬਾਣੀ ਕਿ ਸਾਡੀ ਮਾਂ ਨੇ ਸਵਾਰ ਕੇ ਪਿਓ ਕੋਲੇ ਭੇਜ ਦੇਣਾ, ਪਰ ਅਸੀਂ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਪਏ ਆ। ਇਸ ਕਰਕੇ ਜਿਹੜੇ ਸਾਨੂੰ ਜਗਾਉਂਦੇ ਆ ਉਹ ਤਾਂ ਸਾਨੂੰ ਲੱਗਦੇ ਆ ਬੁਰੇ, ਤੇ ਜਿਹੜੇ ਸਾਨੂੰ ਪਲੋਸਦੇ ਆ ਉਹ ਲੱਗਦੇ ਆ ਚੰਗੇ। ਪਰ ਮੱਤ ਸਾਡੀ ਉਹ ਬੱਚੇ ਵਾਲੀ ਆ ਭਾਈ, ਤਾਂ ਕਰਕੇ ਇਹ ਹੋ ਰਿਹਾ। ਤੇ ਨਿਸ਼ਾਨੀਓ ਹੀ ਇਹ ਆ, ਜਿੰਨਾ ਚਿਰ ਗੁਰੂ ਦੇ ਤਿੱਖੇ ਤੀਰ ਨਹੀਂ। ਦੇਖੋ ਗੁਰਬਾਣੀ ਨੂੰ ਅਸੀਂ ਆਪ ਦੇ ਮੁਤਾਬਕ ਢਾਲਦੇ ਹਾਂ ਵੀ ਸਾਨੂੰ ਤਾਂ ਆਹ ਸੁਣਾਓ ਜੋ ਅਸੀਂ ਕਰ ਰਹੇ ਹਾਂ, ਉਹ ਗੁਰਬਾਣੀ ਦੇ ਵਿੱਚੋਂ ਸ਼ਬਦ ਕੱਢ ਕੇ ਸੁਣਾਓ। ਐਂ ਕਿਵੇਂ ਸੁਧਾਰ ਹੋ ਜਾਊਗਾ ਦੱਸੋ ਮੈਨੂੰ? ਜਿੰਨਾ ਚਿਰ ਜੋ ਅਸੀਂ ਜਿਹੜੇ ਰਸਤੇ 'ਤੇ ਚੱਲ ਰਹੇ ਹਾਂ ਉਹ ਸਹੀ ਨਹੀਂ, ਉਹ ਮਾਇਆ ਦਾ ਰਸਤਾ। ਗੁਰਬਾਣੀ ਨੇ ਤਾਂ ਜਗਾਉਣਾ, ਇਹਦੇ ਤਾਂ ਤੀਰ ਵੱਜਣੇ ਚਾਹੀਦੇ ਆ। ਇਹ ਤਾਂ ਸਾਨੂੰ ਗੁਰਬਾਣੀ ਦੇ ਪੂਰੇ ਜਿਹੜੇ ਤਿੱਖੇ, ਮਾੜਾ ਵਚਨ ਜਾਂ ਕੋਈ ਕੌੜਾ ਵਚਨ ਨਹੀਂ ਹੁੰਦਾ ਬਾਣੀ ਦਾ, ਤਿੱਖਾ ਵਚਨ ਹੁੰਦਾ। ਅਣਿਆਲੇ ਤੀਰ ਕਿਹਾ, ਉਹ ਤਾਂ ਵੱਜਦੇ ਆ, ਤਾਂ ਗੁਰਮੁਖ ਜਿਹੜੇ ਉਹ ਗੁਰਬਾਣੀ ਦੇ ਰਾਹੀਂ ਸਾਨੂੰ ਜਗਾਉਂਦੇ ਆ, ਕਿਉਂਕਿ ਉਹ ਜਾਗ ਚੁੱਕੇ ਹੁੰਦੇ ਆ। ਉਹਨਾਂ ਨੂੰ ਪਤਾ ਹੁੰਦਾ ਮੇਰੇ ਭੈਣ ਭਾਈ, ਮੇਰੇ ਬੱਚੇ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਪਏ ਆ। ਗੁਰਬਾਣੀ ਸਾਨੂੰ, ਗੁਰੂ ਸਾਨੂੰ ਤਾਂ ਜਗਾਉਣਾ ਚਾਹੁੰਦੇ ਆ। ਆਹ ਕਾਰਨ ਆ ਭਾਈ, ਧਨ ਸੂਤੀ ਫਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ। ਫਿਰ ਐਂ ਵੀ ਨਹੀਂ ਸੁੱਤੀ ਵੀ ਜਿਹੜਾ ਬੰਦਾ ਚਲੋ ਰਾਤ ਨੂੰ ਸੁੱਤਾ ਤੇ ਬੱਚੇ ਦੀ ਉਦਾਹਰਨ ਸੀ, ਚਲੋ ਜਾਗ ਪਿਆ। ਹੁਣ ਇੱਕ ਨਸ਼ਾ ਪੀ ਕੇ ਸੁੱਤਾ, ਸ਼ਰਾਬ ਪੀ ਕੇ ਸੁੱਤਾ, ਉਹ ਤਾਂ ਦੇਖੋ ਕੀ ਹਾਲ ਕਰੂਗਾ। ਪੀਓ ਮਦਰੋ, ਜਿਹਨੇ ਹਉਮੈ ਦੀ ਸ਼ਰਾਬ ਪੀ ਲਈ, ਧਨ ਮਤਵੰਤਾ, ਮਤਵੰਤੀ ਹੋਈ, ਮਤਵਾਲੀ ਹੋਈ ਪਈ ਆ, ਤੇ ਇਹ ਸੁੱਤੀ ਪਈ ਆ, ਤੇ ਨਸ਼ਾ ਇਹਨੇ ਕੀਤਾ ਹੋਇਆ ਹਉਮੈ ਦਾ, ਮਾਇਆ ਦਾ। ਧਨ ਜਾਗੈ ਜੇ ਪਿਰ ਬੋਲੰਤਾ। ਇੱਥੇ ਆ ਕੇ ਹੁਣ ਜਦੋਂ ਗੁਰੂ ਜੀ ਦੇ ਬਚਨ ਸੁਣੇ ਵਿਦਿਆਰਥੀਆਂ ਨੇ, ਤਾਂ ਗੁਰੂ ਜੀ ਰੁਕੋ,
ਮੇਰੇ ਅੰਦਰ ਵੀ ਆਹੀ ਕੁਝ ਹੋ ਰਿਹਾ। ਮੈਂ ਵੀ ਮਾਇਆ ਦੇ ਵਿੱਚ ਆ, ਮੈਂ ਵੀ ਸੁੱਤਾ ਪਿਆ। ਹੁਣ ਕੋਈ ਹੱਲ ਹੋ ਸਕਦਾ? ਇੰਨੀ ਉਮਰ ਹੋ ਗਈ, ਮੈਂ ਵੀ ਅੰਦਰੋਂ ਸੁੱਤਾ ਪਿਆ, ਸਾਰੀਆਂ ਗੱਲਾਂ ਮੇਰੇ ਤੇ ਲੱਗਦੀਆਂ। ਹਾਂ ਭਾਈ, ਹੋ ਸਕਦਾ। ਹੱਲ ਹੋਣ ਵਾਸਤੇ, ਜਗਾਉਣ ਵਾਸਤੇ ਤਾਂ ਗੁਰਬਾਣੀ ਹੈ। ਇੰਨੀਆਂ ਕੁਰਬਾਨੀਆਂ ਗੁਰੂ ਸਾਹਿਬਾਨਾਂ ਨੇ ਸਾਡੇ ਤੇ, ਐਡਾ ਵੱਡਾ ਜਿਹੜਾ ਅਹਿਸਾਨ ਹੈ ਇੱਕ ਗੁਰੂ ਸਾਹਿਬਾਨਾਂ ਦਾ ਸਾਡੇ ਉੱਪਰ, ਜਿਹੜਾ ਅਸੀਂ ਗੁਰਬਾਣੀ ਨੂੰ ਵੱਧ ਤੋਂ ਵੱਧ ਪ੍ਰਚਾਰ ਕੇ ਲਾ ਸਕਦੇ ਹਾਂ ਵੀ ਗੁਰਬਾਣੀ ਦੇਖੋ ਭਾਈ, ਗੁਰਬਾਣੀ ਚਾਹ ਲਿਖਿਆ, ਗੁਰਬਾਣੀ ਕੀ ਸਮਝਾਉਂਦੀ ਹੈ। ਹਾਂ ਭਾਈ, ਜਾਗ ਸਕਦਾ ਜੇ ਇੱਕ ਕੰਮ ਕਰੇ, ਜੇ ਤੂੰ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਦੇ ਨਾਲ ਧਨ ਜਾਗੈ, ਇਹ ਜੀਵ ਇਸਤਰੀ ਸੁੱਤੀ ਪਈ ਜਾਗ ਸਕਦੀ ਹੈ ਜੇ ਕਾਰਨ ਪਾਸ ਹੋ ਸਕਦਾ, ਜੇ ਟਿਕਟ ਮਿਲ ਸਕਦੀ ਹੈ, ਜੇ ਬਾਹਰਲਾ ਵੀਜ਼ਾ ਮਿਲ ਸਕਦਾ, ਜੇ ਉਹ ਜੇ ਤੋਂ ਬਾਅਦ ਵਾਲਾ ਸਾਰਾ ਜ਼ਰੂਰੀ ਹੁੰਦਾ। ਹੋ ਸਕਦਾ, ਜਾਗ ਸਕਦੀ ਹੈ ਸਾਡੀ ਜਿਹੜੀ ਜੀਵ ਇਸਤਰੀ ਅੰਦਰੋਂ ਹੀ ਸੁੱਤੇ ਪਏ ਆ। ਕਦੋਂ? ਜੇ ਪਿਰ ਬੋਲੰਤਾ, ਜੇ ਪਤੀ ਪਰਮਾਤਮਾ ਦੇ ਬੋਲ ਸੁਣ ਲਵੇ, ਉਹ ਬੁਲੰਤਾ ਜੇ ਉਹ ਬੁਲਾਵੇ। ਇੱਥੇ ਇਹ ਅਰਥ ਆਮ ਆਪਾਂ ਇਹ ਕਰਾਂਗੇ ਕਿਉਂਕਿ ਗੁਰਬਾਣੀ ਨੂੰ ਸਮਝਣਾ, ਅੰਦਰਲੇ ਭਾਵ ਸਮਝਣਾ ਬਹੁਤ ਜ਼ਰੂਰੀ ਹੈ। ਇੱਥੇ ਐਂ ਕਰਕੇ ਨਹੀਂ ਲੰਘ ਜਾਵਾਂਗੇ ਵੀ ਜੇ ਪਿਰ ਬੁਲਾਉਂਦਾ ਤਾਂ ਜੀਵ ਇਸਤਰੀ ਸੁੱਤੀ ਪਊ, ਜਦੋਂ ਬੁਲਾਊਗਾ ਤੇ ਉਦੋਂ ਅਸੀਂ ਉੱਠ ਖੜਾਂਗੇ। ਨਹੀਂ, ਪਿਰ ਬੁਲੰਤਾ, ਪਿਰ ਬੁਲਾ ਰਿਹਾ ਹੈ। ਜਿੱਥੇ ਆਪਦੀ ਗਲਤੀ ਮੰਨਾਂਗੇ, ਮੇਰਾ ਤਾਂ ਇੱਕੋ ਹੀ ਥਿਊਰੀ ਹੈ, ਇੱਕੋ ਹੀ ਨੁਕਤਾ ਗੁਰਬਾਣੀ ਨੂੰ ਸਮਝਣ ਦਾ, ਗੁਰਮੁਖ ਪਿਆਰਿਓ। ਹਰ ਥਾਂ ਤੇ ਆਪਦੀ ਗਲਤੀ ਮੰਨੋ, ਫਿਰ ਸਾਨੂੰ ਸਬਰਨ ਦਾ ਮੌਕਾ ਮਿਲ ਸਕਦਾ। ਧੰਨ ਜੀਵ ਇਸਤਰੀ ਜਾਗ ਸਕਦੀ ਹੈ ਜੇ ਪਤੀ ਦੇ ਬੋਲ ਸੁਣ ਲਵੇ। ਪਤੀ ਦੇ ਬੋਲ ਕੀ ਹੈ? ਗੁਰਬਾਣੀ। ਜੇ ਗੁਰਬਾਣੀ ਨੂੰ ਸੁਣ ਲਵੇ, ਸਮਝ ਲਵੇ, ਤਾਂ ਇਹ ਜਾਗ ਸਕਦੀ ਹੈ। ਭਈ ਨਰਾਸੀ ਬਹੁਤ ਦਿਨ ਲਾਗੇ, ਬੜੇ ਦਿਨ ਲਾਗੇ, ਨਿਰਾਸ਼ ਅਵਸਥਾ ਦੇ ਵਿੱਚ, ਆਤਮਿਕ ਖੁਸ਼ੀ ਹੀ ਨਹੀਂ ਹੋਈ, ਅੰਦਰੋਂ ਚਾਅ ਚੜ੍ਹਿਆ ਹੀ ਨਹੀਂ, ਜਿਉਣ ਦਾ ਸਵਾਦ ਆਇਆ ਹੀ ਨਹੀਂ, ਜ਼ਿੰਦਗੀ ਜਿੰਦਾਬਾਦ ਹੋਈਓ ਹੀ ਨਹੀਂ। ਬਸ ਐਂ ਨਿਰਾਸ਼ਾ ਦੇ ਵਿੱਚ ਹੀ ਦਿਨ ਲੰਘ ਰਹੇ ਆ। ਬਹੁਤ ਸਮਾਂ ਮੇਰਾ 50-55 ਸਾਲ ਇਸੇ 'ਚ ਹੀ ਲੰਘੇ। ਦੇਸ਼ ਦਸ਼ਾਂਤਰ ਮੈਂ ਸਗਲੇ ਝਾਗੇ, ਬੜੇ ਦੇਸ਼ ਦੇਸ਼ਾਂਤਰ ਸਾਰੇ ਝਾਗ ਲਏ, ਸਾਰੇ ਜਾ ਕੇ ਘੁੰਮ ਫਿਰ ਕੇ ਦੇਖ ਲਿਆ। ਖਿਨ ਰਹਿਨ ਨਾ ਪਾਵੂੰ ਬਿਨ ਪੱਗ ਪਾਗੇ, ਇੱਕ ਖਿਨ ਦਾ ਟਿਕਾਊ ਨਹੀਂ ਮਿਲਿਆ ਕਿਤੋਂ ਵੀ ਬਾਹਰਲੇ ਕੰਮਾਂ 'ਚੋਂ, ਕਿਉਂਕਿ ਕਰਮ ਕਾਂਡਾਂ ਦੇ ਵਿੱਚੋਂ ਮਨ ਨੂੰ ਟਿਕਾਊ ਨਹੀਂ ਮਿਲਣਾ ਭਾਈ। ਮਨ ਨੂੰ ਸ਼ਾਂਤੀ ਨਹੀਂ ਮਿਲਣੀ, ਮਨ ਨੇ ਨਹੀਂ ਟਿਕਣਾ। ਤਾਂ ਹੀ ਤਾਂ ਹੈ ਬਰਮੀ ਮਾਰੀ ਸਾਪ ਨਾ ਮਰੈ। ਸੱਪ ਤਾਂ ਅੰਦਰ ਆ, ਮਾਂ ਨਾ। ਹੁਣ ਖਿਨ ਰਹਿਣ ਨਾ ਪਾਵੂੰ, ਹੁਣ ਮੈਨੂੰ ਇੱਥੇ ਆ ਕੇ ਗੁਰੂ ਦੇ ਬਚਨ ਸੁਣ ਕੇ ਆਤਮਾ ਟਿਕਦੀ ਹੈ, ਟਿਕਾਓ ਮਿਲਦਾ। ਮਨ ਇਹਨੂੰ ਭਜਾਉਂਦਾ ਵੀ ਚੱਲ ਤੁਰ। ਜਿਹੜੇ ਮਨ ਦੇ ਪਿੱਛੇ ਲੱਗ ਜਾਂਦੇ ਉਹੀ ਮਨਮੁਖ ਆ, ਉਹ ਗੁਰੂ ਦੇ ਬਚਨ ਸੁਣ ਨਹੀਂ ਸਕਦੇ। ਬਸ ਮਨਮੁਖਾਂ ਨੂੰ ਮਨ ਭਜਾ ਲੈਂਦਾ। ਪਰ ਜੇ ਇੱਕ ਗੁਰਮੁਖ ਦੀ ਅਵਸਥਾ ਕੀ ਹੈ? ਖਿਨ ਰਹਿਣ ਨਾ ਪਾਵੂੰ, ਇੱਕ ਖਿਨ ਇੰਨਾ ਸਮਾਂ ਵੀ ਮੈਂ ਟਿਕ ਨਹੀਂ ਸਕਦਾ, ਟਿਕਾਓ ਨਹੀਂ ਆਉਂਦਾ, ਰਹਿ ਨਹੀਂ ਸਕਦਾ ਬਿਨ ਪੱਗ ਪਾਗੇ। ਬਿਨਾਂ ਗੁਰੂ ਜੀ ਤੁਹਾਡੇ ਪੱਗ ਹੁੰਦੇ ਆ ਚਰਨ ਪੈਰ, ਬਿਨਾਂ ਤੁਹਾਡੇ ਚਰਨ ਪਕੜੇ ਤੋਂ, ਬਿਨਾਂ ਤੁਹਾਡੇ ਨਾਲ ਜੁੜੇ ਤੋਂ, ਬਿਨਾਂ ਆਤਮਿਕ ਗਿਆਨ ਤੋਂ ਮੈਂ ਇੱਕ ਪਲ ਵੀ ਨਹੀਂ ਰਹਿ ਸਕਦਾ। ਇੱਥੇ ਹੁਣ ਉਹ ਗੱਲ ਬਣਨੀ ਹੈ, ਆਖਾਂ ਜੀਵਾਂ ਬਿਸਰੈ ਮਰ ਜਾਉ। ਜੇ ਮੈਂ ਤੇਰੇ ਨਾਮ ਨੂੰ ਆਖਦਾ ਹਾਂ ਤਾਂ ਜਿਉਂਦਾ ਹਾਂ, ਬਿਸਰ ਜਾਂਦਾ ਹੈ ਤਾਂ ਮਰ ਜਾਂਦਾ ਹੈ। ਕੱਲਾ ਉੱਤੋਂ ਨਹੀਂ, ਹੋਰ ਵੀ ਕੰਮ ਬਹੁਤ ਸਾਰੇ ਕਰਨੇ ਆ। ਮਤਲਬ ਕੀ ਹੈ? ਪ੍ਰਭਾਵਿਤ ਹੋ ਜਾਣਾ। ਜੇ ਆਖਾਂ, ਜਦੋਂ ਤੂੰ ਮੇਰੇ ਧਿਆਨ 'ਚ ਆ, ਜਦੋਂ ਮੈਂ ਕੋਈ ਵੀ ਕੰਮ ਕਰਨ ਲੱਗਦਾ, ਜਦੋਂ ਪ੍ਰਮਾਤਮਾ ਧਿਆਨ 'ਚ ਆ ਤਾਂ ਕੰਮ ਸਹੀ ਹੈ। ਜਦੋਂ ਪ੍ਰਮਾਤਮਾ ਨੂੰ ਭੁੱਲ ਗਿਆ, ਆਖਾਂ ਜੀਵਾਂ ਬਿਸਰੈ, ਜਦੋਂ ਉਹ ਬਿਸਰ ਗਿਆ ਫਿਰ ਮਾਇਆ ਦਾ ਪ੍ਰਭਾਵ ਪੈ ਗਿਆ। ਮਾਇਆ ਦੇ ਪ੍ਰਭਾਵ ਦੇ ਵਿੱਚ ਹਉਮੈ ਆ ਗਈ, ਹਉਮੈ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਏ। ਬਸ ਆਖਾਂ ਜੀਵਾਂ ਬਿਸਰੈ ਮਰ ਜਾਊਂ, ਬੁਰੇ ਕੰਮ ਕਰਦਾ ਮਨ ਤੇ ਆਤਮਿਕ ਮੌਤ ਹੋ ਜਾਂਦੀ ਹੈ। ਬਾਹਰਲੀ ਮੌਤ ਦੀ ਗੱਲ ਨਹੀਂ, ਇੱਥੇ ਇਹੀ ਗੱਲ ਆ। ਜੇ ਅਸੀਂ ਗੁਰੂ ਤੋਂ ਪਾਸੇ ਹੋ ਜਾਵਾਂਗੇ ਭਾਈ ਤੇ ਫਿਰ ਅਸੀਂ ਮੁਸ਼ਕਲ ਦੇ ਵਿੱਚ ਪੈ ਜਾਵਾਂਗੇ, ਤੇ ਨਹੀਂ ਤਾਂ ਇਸ ਤਰ੍ਹਾਂ ਚਰਨ ਪਕੜ ਕੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਹੋਏ ਕਿਰਪਾਲ ਪ੍ਰਭ ਮਿਲੋ ਸੁਭਾਗੇ। ਹੇ ਪ੍ਰਮਾਤਮਾ, ਹੇ ਵਾਹਿਗੁਰੂ ਜੀ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਮਿਲਾਪ ਬਖਸ਼ੋ, ਮੈਨੂੰ ਆਪਣੇ ਨਾਲ ਜੋੜ ਦੇਵੋ, ਮੇਰੇ ਭਾਗ ਉਦੇ ਹੋ ਜਾਣ।
ਦੇਖੋ ਜਿਹੜਾ ਤਾਂ ਜੁੜ ਗਿਆ ਗੁਰਬਾਣੀ ਨਾਲ ਉਹਦੇ ਭਾਗ ਬੰਦ ਪਏ ਉਦੇ ਹੋਣ ਲੱਗ ਜਾਣੇ ਆ। ਜਿਹੜਾ ਜੁੜ ਗਿਆ, ਨਹੀਂ ਤਾਂ ਫਿਰ ਬੰਦ ਪਏ ਆ। ਮਿਲੈ ਸੋ ਭਾਗੇ, ਭਇਓ ਕਿਰਪਾਲ ਸਤਸੰਗ ਮਿਲਾਇਆ। ਜਿਹਨੇ ਇਸ ਤਰ੍ਹਾਂ ਬੇਨਤੀ ਅੰਦਰੋਂ ਜਿਹੜੇ ਮਨ ਨੇ ਕਰਤੀ, ਅੱਗੇ ਵੀ ਮੈਂ ਤੁਹਾਨੂੰ ਆਪਾਂ ਗੱਲ ਵਿਚਾਰ ਕਰਦੇ ਹੁੰਦੇ ਹਾਂ ਵੀ ਜਿੱਧਰ ਨੂੰ ਮਨ 100% ਪੈ ਗਿਆ ਨਾ, ਉਹ ਸਾਰਾ ਪ੍ਰਬੰਧ ਆਪੇ ਹੀ ਬਣ ਜਾਣਾ, ਆਪੇ ਹੀ ਕੋਈ ਨਾ ਕੋਈ ਆਨਾ ਬਹਾਨਾ ਬਣ ਜਾਣਾ, ਜੇ ਬੁਰਾ ਚਾਹੇ ਚੰਗਾ। ਜੇ ਹੁਣ ਮਨ ਇੱਧਰਲੇ ਪਾਸੇ ਨੂੰ ਚੱਲ ਪਿਆ, ਮਨ ਪ੍ਰਮਾਤਮਾ ਵੱਲ ਨੂੰ ਚੱਲ ਪਿਆ, ਤਾਂ ਇਹਨੇ ਸਤਸੰਗ ਨੂੰ ਲੱਭ ਹੀ ਲੈਣਾ। ਭਇਓ ਕਿਰਪਾਲ, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਤਸੰਗ ਪ੍ਰਾਪਤ ਹੋ ਗਿਆ। ਭਇਓ ਕਿਰਪਾਲ, ਉਹਦੀ ਕਿਰਪਾ ਤੋਂ ਬਿਨਾਂ ਸਤਸੰਗ ਦੀ ਪ੍ਰਾਪਤੀ ਨਹੀਂ ਹੁੰਦੀ। ਉਹਦੀ ਕਿਰਪਾ ਦੀ ਪਹਿਲੀ ਨਿਸ਼ਾਨੀ ਇਹ ਆ ਮਨੁੱਖ ਸਤਸੰਗ ਕਰਦਾ। ਭਇਓ ਕਿਰਪਾਲ ਸਤਸੰਗ ਮਿਲਾਇਆ, ਸਤ ਸੰਗਤ ਦੇ ਵਿੱਚ ਆ ਕੇ ਮਿਲਾ ਦਿੱਤਾ। ਬਸ ਹੁਣ ਇਦੋਂ ਗਾਂ ਜੀਵਨ ਬਣਦਾ ਹੀ ਜਾਣਾ, ਬਣਦਾ ਹੀ ਜਾਣਾ, ਬਣਦਾ ਹੀ ਜਾਣਾ। ਬੂਝੀ ਤਪਤ ਘਰਹਿ ਪਿਰ ਪਾਇਆ, ਜਦੋਂ ਸਤ ਸੰਗਤ ਦੇ ਵਿੱਚ ਆ ਕੇ ਬੈਠਾ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਗੁਰੂ ਨੇ ਮੈਨੂੰ ਐਸਾ ਨਾਮ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੇ ਸਿਰ 'ਤੇ ਇਹੋ ਜਿਹਾ ਹੱਥ ਰੱਖਿਆ, ਮੇਰੇ ਅੰਦਰ ਜਿਹੜਾ ਵਿਕਾਰਾਂ ਦਾ ਜਿਹੜਾ ਕੜਾਹਾ ਬਲ ਰਿਹਾ ਸੀ, ਵਿਸ਼ੇ ਵਿਕਾਰਾਂ ਦਾ, ਉਹ ਬੁਝ ਗਿਆ, ਉਹ ਠੰਡਾ ਹੋ ਗਿਆ। ਬੂਝੀ ਤਪਤ ਘਰਹਿ ਪਿਰ ਪਾਇਆ, ਅੰਦਰੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ, ਜਿਹੜੇ ਅੰਦਰੋਂ ਮਿਲਾਪ ਹੋ ਗਿਆ ਨਾ, ਹੁਣ ਸ਼ਿੰਗਾਰ ਸਾਰਾ ਜਿੰਨਾ ਮਰਜ਼ੀ ਧਰਮ ਦਾ ਕਰ ਲਾ। ਜੇ ਇੱਕ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਦਾ ਸ਼ਿੰਗਾਰ ਹੋ ਗਿਆ ਤਾਂ ਉਹ ਹਿੰਦੂ ਧਰਮ ਦੇ ਨੂੰ ਉੱਪਰ ਲੈ ਜਾਵੇਗਾ, ਅਤੇ ਜੇ ਮੁਸਲਮਾਨ ਦਾ ਕਿਸੇ ਦਾ ਅੰਦਰੋਂ ਜਿਹੜਾ ਹੈ ਜੁੜਿਆ, ਉਹਦਾ ਸ਼ਿੰਗਾਰ ਹੋਇਆ ਧਰਮੀ ਦਾ, ਅਤੇ ਉਹ ਮੁਸਲਮਾਨ ਧਰਮ ਨੂੰ ਉੱਤੇ ਲੈ ਜਾਵੇਗਾ। ਜਿਹੜਾ ਸਿੱਖ ਅੰਦਰੋਂ ਜੁੜ ਗਿਆ, ਜੁੜਿਆ ਹੋਇਆ, ਉਹਨੇ ਸ਼ਿੰਗਾਰ ਬਾਹਰਲੇ ਜਿਹੜਾ ਹੈ ਕੱਪੜੇ ਧਾਰਮਿਕ ਪਾ ਲਏ ਤਾਂ ਉਹ ਸਿੱਖ ਧਰਮ ਨੂੰ ਉੱਤੇ ਲੈ ਜਾਵੇਗਾ। ਨਹੀਂ ਤਾਂ ਇਹ ਸਾਰਾ ਕੁਝ ਥੱਲੇ ਹੀ ਰਹਿ ਜਾਵੇਗਾ। ਅੰਦਰੋਂ ਜੁੜਨਾ ਜ਼ਰੂਰੀ ਹੈ। ਸਗਲ ਸ਼ਿੰਗਾਰ ਹੁਣ ਜਦੋਂ ਮੇਰਾ ਅੰਦਰਲਾ ਕਾਰਜ ਹੋ ਗਿਆ, ਜਦੋਂ ਕਿਰਪਾ ਹੋ ਗਈ, ਜਦੋਂ ਸਤਸੰਗ ਦੇ ਵਿੱਚ ਬੈਠ ਕੇ ਮੈਂ ਉਹ ਕਾਰਜ ਕਰ ਲਿਆ, ਹੁਣ ਸੁਹਾਉਂਦਾ ਸੋਹਣਾ ਲੱਗਦਾ। ਕਹੋ ਨਾਨਕ ਗੁਰ ਭਰਮ ਚੁਕਾਇਆ, ਜਿੰਨਾ ਚਿਰ ਮੈਂ ਗੁਰਬਾਣੀ ਦੇ ਨਾਲ ਨਹੀਂ ਜੁੜਿਆ ਸੀ, ਮੈਂ ਭਰਮਾਂ ਭੁਲੇਖਿਆਂ ਦੇ ਵਿੱਚ ਸੀ ਭਾਈ। ਹੁਣ ਗੁਰੂ ਨੇ ਕਿਰਪਾ ਕਰ ਦਿੱਤੀ, ਮੇਰਾ ਸਾਰਾ ਭਰਮ ਭੁਲੇਖਾ ਖਤਮ ਕਰ ਦਿੱਤਾ। ਗੁਰੂ ਦੇ ਨਾਲ ਜੁੜ ਕੇ ਮੈਨੂੰ ਅੰਦਰੋਂ ਹੀ ਪ੍ਰਾਪਤੀ ਹੋ ਗਈ। ਹੁਣ ਮਿਲਾਪ ਵਾਲੀ ਅਵਸਥਾ, ਹੁਣ ਨਵਾਂ ਜਨਮ ਹੋ ਗਿਆ। ਸਤਿਗੁਰ ਕੈ ਜਨਮੈ ਗਬਨ ਮਟਾਇਆ, ਹੁਣ ਬਾਣੀ ਦੇ ਵਿੱਚੋਂ ਜਨਮ ਹੋ ਗਿਆ, ਗਿਆਨ ਦੇ ਵਿੱਚੋਂ ਜਨਮ ਹੋ ਗਿਆ, ਆਵਾਗਾਉਣ ਖਤਮ ਹੋ ਗਿਆ। ਜਹ ਦੇਖਾ ਤਹ ਪਿਰ ਹੈ ਭਾਈ, ਇੱਕ ਮਨਮੁਖ ਦੀ ਅਵਸਥਾ ਸੀ, ਫਿਰ ਤਾਂ ਇਹ ਸੀ ਵੀ ਦਿਖਾਵੇ ਰੱਬ ਕਿੱਥੇ ਆ। ਇੱਕ ਗੁਰਮੁਖ ਦੀ ਅਵਸਥਾ, ਦਿਖਾਵੇ ਰੱਬ ਕਿੱਥੇ ਨਹੀਂ। ਬਸ ਆ ਬਣ ਗਈ ਗੱਲ। ਜਹ ਦੇਖਾ ਤਹ ਪਿਰ ਹੈ ਭਾਈ। ਹੁਣ ਜਦੋਂ ਗੁਰੂ ਨੇ ਗਿਆਨ ਦੇ ਦਿੱਤਾ, ਗੁਰੂ ਨੇ ਅੱਖਾਂ ਖੋਲ੍ਹ ਦਿੱਤੀਆਂ, ਤੀਜਾ ਨੇਤਰ ਖੋਲ੍ਹ ਦਿੱਤਾ, ਮਾਇਆ ਦਾ ਪ੍ਰਭਾਵ ਖਤਮ ਕਰ ਦਿੱਤਾ, ਤਾਂ ਹੁਣ ਹਰ ਜਗ੍ਹਾ 'ਤੇ ਪ੍ਰਮਾਤਮਾ ਵਾਹਿਗੁਰੂ ਆ। ਖੋਲ੍ਹਿਓ ਕਪਾਟ ਤਾਂ ਮਨ ਠਹਿਰਾਈ। ਹੁਣ ਜਦੋਂ ਕਪਾਟ ਖੁੱਲ੍ਹ ਗਏ, ਮਨ ਠਹਿਰ ਗਿਆ, ਮਨ ਦੀ ਭਟਕਣਾ ਖਤਮ ਹੋ ਗਈ, ਅਤੇ ਮਨ ਨੇ ਕਣ ਕਣ ਦੇ ਵਿੱਚੋਂ ਦਰਸ਼ਨ ਕਰ ਲਏ। ਪਹਿਲਾਂ ਕਹਿੰਦਾ ਸੀ ਰੱਬ ਉੱਥੇ ਆ, ਇੱਥੇ ਆ, ਹੁਣ ਪਤਾ ਲੱਗ ਗਿਆ ਗੁਰੂ ਦੀ ਕਿਰਪਾ ਦੇ ਨਾਲ ਕਿ ਮੇਰੇ ਅੰਦਰ ਹੀ ਹੈ। ਉਹ ਅੰਦਰਲਾ ਹੀ ਕਾਰਜ ਕਰਨਾ ਭਾਈ। ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਆ, ਉਹ ਆਪਣੇ ਅੰਦਰਲਾ ਕਾਰਜ ਕਰ ਲੈਂਦੇ ਆ, ਅਤੇ ਉਹ ਧੰਨਤਾ ਦੇ ਯੋਗ ਹੋ ਜਾਂਦੇ ਆ। ਇਹ ਆ ਜਿਹੜਾ ਰਹਾਓ ਅਖੀਰਲਾ, ਗੁਰੂ ਦੇ ਨਾਲ ਜੁੜ ਕੇ ਇਹ ਪ੍ਰਾਪਤੀ ਹੁੰਦੀ ਹੈ। ਜਹ ਦੇਖਾਂ ਤਹ ਪਿਰ ਹੈ ਭਾਈ, ਖੋਲ੍ਹਿਓ ਕਪਾਟ ਤਾਂ ਮਨ ਠਹਿਰਾਈ ਰਹਾਓ। ਪਹਿਲਾਂ ਮਨ ਨਹੀਂ ਠਹਿਰਦਾ ਸੀ, ਕਪਾਟ ਨਹੀਂ ਖੁੱਲ੍ਹੇ ਸੀ। ਜੇ ਗੁਰੂ ਨਾਲ ਜੁੜ ਜਾਏਗਾ, ਤੇਰੇ ਕਪਾਟ ਖੁੱਲ੍ਹ ਜਾਣਗੇ, ਅੰਦਰੋਂ ਪ੍ਰਾਪਤੀ ਹੋਵੇਗੀ। ਪਹਿਲਾਂ ਅੰਦਰੋਂ ਆਨੰਦ ਹੋਵੇਗਾ, ਫਿਰ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਫਿਰ ਅੰਦਰੋਂ ਕਹੇਗਾ ਇਹ ਜਗ ਸੱਚੇ ਕੀ ਹੈ ਕੋਠਰੀ, ਸੱਚੇ ਕਾ ਵਿੱਚ ਵਾਸ। ਫਿਰ ਗਾਹਾਂ ਦੀ ਝਾਕ ਨਹੀਂ ਹੋਊਗੀ, ਕਿਉਂਕਿ ਮੁਏ ਹੋਏ ਜੋ ਮੁਕਤ ਦਿਓਗੇ, ਮੁਕਤ ਨ ਜਾਣੈ ਕੋਇਲਾ। ਹੁਣੇ ਹੀ ਮੁਕਤ, ਜਿਉਂਦੇ ਹੀ
ਮੁਕਤ ਸੱਚਖੰਡ ਵਸੈ। ਨਿਰੰਕਾਰ ਦੇ ਕੋਲ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਗੁਰੂ ਦੇ ਨਾਲ ਜੁੜੀਏ ਭਾਈ, ਗੁਰਬਾਣੀ ਦੇ ਨਾਲ ਜੁੜੀਏ, ਆਪ ਵੀ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ, ਅਤੇ ਜਿੰਨਾ ਕੁ ਕਰ ਸਕਦੇ ਹਾਂ ਗੁਰਬਾਣੀ ਦੇ ਪ੍ਰਚਾਰ ਵਾਸਤੇ ਜ਼ਰੂਰ ਪ੍ਰਬੰਧ ਕਰੀਏ। ਜੇ ਕੋਈ ਕਰਦਾ ਇਹ ਪ੍ਰਬੰਧ ਤਾਂ ਉਹਦੀ ਸਹਾਇਤਾ ਕਰੀਏ, ਉਹਦਾ ਰਸਤਾ ਰੋਕਣ ਦੀ ਕੋਸ਼ਿਸ਼ ਨਾ ਕਰੀਏ, ਉਹਨੂੰ ਸਹਿਯੋਗ ਦਈਏ। ਨਹੀਂ ਦੇ ਸਕਦੇ ਤਾਂ ਉਹਨੂੰ ਕਰ ਲੈਣ ਦੀਏ ਜਿੰਨਾ ਕੁ ਕਰਦਾ। ਜੋ ਵੀ ਸਾਨੂੰ ਗੁਰਬਾਣੀ ਦੇ ਲੜ ਲਾਉਂਦੇ ਆ ਉਹ ਧੰਨਤਾ ਦੇ ਯੋਗ ਆ ਭਾਈ। ਗੁਰੂ ਤੋਂ ਬਿਨਾਂ ਕੱਖ ਨਹੀਂ। ਗੁਰਬਾਣੀ ਪੜ੍ਹੋ, ਸੁਣੋ, ਸਮਝੋ ਅਤੇ ਆਪਣਾ ਜੀਵਨ ਆਨੰਦਿਤ ਬਣਾਓ। ਅੰਦਰੋਂ ਹੀ ਆਨੰਦ ਆ ਗਿਆ, ਅੰਦਰੋਂ ਹੀ ਸਵਾਦ ਆ ਗਿਆ। ਸਾਰਾ ਕੁਝ ਮਨੁੱਖ ਦੇ ਅੰਦਰ ਹੀ ਹੈ। ਇਸ ਅੰਦਰ ਨੂੰ ਸਮਝਿਆ ਜਾ ਸਕਦਾ ਗੁਰੂ ਲੜ ਲੱਗ ਕੇ। ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।